ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਹਰ ਰੋਜ਼ ਤੁਸੀਂ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਨਾਲ ਮਿਲਦੇ ਹੋ, ਪਰ ਅੱਜ ਜਿਸ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਉਹਨਾਂ ਦਾ ਇੱਕ ਬਹੁਤ ਵੱਡਾ ਸਫ਼ਰ ਤੇ ਹੈ ਹੀ ਹੈ। ਉਹਦੇ ਨਾਲ ਇੱਕ ਖਾਸੀਅਤ ਹੋਰ ਵੀ ਹੈ ਕਿ ਉਹਨਾਂ ਦੇ ਇਸ ਸਫ਼ਰ ਦੇ ਵਿੱਚ ਚੀਜ਼ਾਂ ਆਪਣੇ ਆਪ ਸੁਭਾਅ ਕੇ ਜਾਂ ਸਹਿਜਤਾ ਦੇ ਨਾਲ ਉਹਨਾਂ ਨੂੰ ਹਾਸਿਲ ਹੋਈਆਂ ਨੇ, ਔਰ ਜੋ ਚੀਜ਼ ਕੁਦਰਤ ਦੇ ਵਿੱਚ ਸਹਿਜਤਾ ਦੇ ਨਾਲ ਹੁੰਦੀ ਹੈ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਉਹ ਪੁੰਗਰਦੀ ਵੀ ਹੈ ਅਤੇ ਫੈਲਦੀ ਵੀ ਹੈ ਅਤੇ ਆਪਣੀ ਬੁੱਕਲ 'ਚ ਬਹੁਤ ਕੁਝ ਸਮੇਟ ਕੇ ਉਹਨੂੰ ਫੈਲਣ ਅਤੇ ਪੁੰਗਰਨ ਦਾ ਅੱਗੋਂ ਮੌਕਾ ਵੀ ਦਿੰਦੀ ਹੈ। ਅੱਜ ਨਾਟਕਾਂ ਦੀ ਦੁਨੀਆ ਦੇ ਵਿੱਚ ਜਦੋਂ ਅਸੀਂ ਝਾਤ ਮਾਰਦੇ ਹਾਂ ਤਾਂ ਅਸੀਂ ਨਾਟਕ ਦੀ ਸ਼ੁਰੂਆਤ ਵਾਸਤੇ ਜਦੋਂ ਜਾਂਦੇ ਹਾਂ ਤਾਂ ਸਾਨੂੰ ਲੋੜ ਹੁੰਦੀ ਹੈ ਕਿਸੇ ਸਕ੍ਰਿਪਟ ਦੀ, ਕਿਸੇ ਕਥਾ ਵਸਤੂ ਦੀ। ਉਸ ਕਥਾ ਵਸਤੂ ਨੂੰ ਘੜਨ ਵਾਲੇ ਨਾਟਕਕਾਰ ਕੁਝ ਵਿਰਲੇ ਹੀ ਨੇ ਜਿਹੜੇ ਕਿ ਬਾਅਦ ਦੇ ਵਿੱਚ ਆਪਣਾ ਨਾਮ ਉਸ ਮੁਕਾਮ ਤੱਕ ਲੈ ਜਾਂਦੇ ਨੇ, ਜਿਨ੍ਹਾਂ 'ਚੋਂ ਇੱਕ ਮੁਕਾਮ ਜਿੱਦਾਂ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਨਾਲ, ਉੱਥੇ ਤੱਕ ਪਹੁੰਚ ਪਾਉਂਦੇ ਨੇ। ਉਹ ਬਾਕਾਇਦਾ ਅਦਾਕਾਰੀ ਵੀ ਕਰਦੇ ਨੇ, ਲਿਖਦੇ ਵੀ ਨੇ, ਗੋਲਡ ਮੈਡਲਿਸਟ ਵੀ ਨੇ, ਡਾਕਟਰੇਟ ਵੀ ਉਹਨਾਂ ਨੇ ਕੀਤੀ ਹੋਈ ਹੈ। ਬਿਨਾਂ ਕਿਸੇ ਦੇਰੀ ਤੋਂ ਆਓ ਤੁਹਾਨੂੰ ਹੁਣ ਮੈਂ ਸਿੱਧਾ ਉਹਨਾਂ ਦੇ ਨਾਲ ਜੋੜਦਾ ਵਾਂ ਔਰ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਡਾਕਟਰ ਗੁਰਪ੍ਰੀਤ ਸਿੰਘ ਰਟੌਲ ਹੋਣਾ ਦਾ। ਰਟੌਲ ਦਾ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਦੂਰਦਰਸ਼ਨ ਦਾ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ, ਇੱਥੇ ਬੁਲਾਇਆ। ਤੁਹਾਡਾ ਇਨਵੀਟੇਸ਼ਨ ਦੂਰ ਤੋਂ ਤੁਸੀਂ ਆਏ ਹੋ, ਠੀਕ ਠਾਕ ਪਹੁੰਚ ਗਏ? ਬਿਲਕੁਲ ਠੀਕ ਠਾਕ ਪਹੁੰਚ। ਕਿੰਨੇ ਵਜੇ ਤੁਰੇ ਸੀ ਉੱਥੇ? 4:30 ਵਜੇ। ਠੀਕ। ਅੱਜ ਅਸੀਂ ਬਤੌਰ ਨਾਟਕਕਾਰ ਦੇ ਤੌਰ 'ਤੇ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਔਰ ਬਾਕਾਇਦਾ ਪਲੇ ਰਾਈਟ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਇਨਸਾਨ ਜਿਹੜਾ ਸ਼ਾਇਦ ਨਾਟਕ ਲਿਖਦਾ ਵੀ ਹੈ ਅਤੇ ਨਾਟਕ ਨੂੰ ਸਟੇਜ ਵੀ ਕਰਦਾ ਆ ਜੀ। ਜਦੋਂ ਅਸੀਂ ਨਾਟਕ ਦੀ ਗੱਲ ਕਰਦੇ ਹਾਂ ਤਾਂ ਇਸ ਤੋਂ ਪਹਿਲੇ ਕਿ ਮੈਂ ਉਹ ਰਵਾਇਤੀ ਸਵਾਲ ਕਰਾਂ ਕਿ ਸਰ ਇਹ ਦੱਸੋ ਵੀ ਤੁਹਾਡਾ ਨਾਟਕ ਦੇ ਨਾਲ ਸ਼ੁਰੂਆਤ ਕਿਵੇਂ ਹੋਈ, ਮੈਂ ਇੱਥੋਂ ਸ਼ੁਰੂ ਕਰਦਾ ਵਾਂ ਕਿ ਅਸਲ 'ਚ ਤੁਹਾਡੀ ਨਜ਼ਰ 'ਚ, ਕਿਉਂਕਿ ਤੁਸੀਂ ਡਾਕਟਰੇਟ ਵੀ ਕੀਤੀ ਹੈ, ਨਾਟਕ ਲਿਖੇ ਵੀ ਨੇ, ਬਾਕਾਇਦਾ ਦੇਸ਼ ਔਰ ਵਿਦੇਸ਼ ਦੇ ਵਿੱਚ ਤੁਸੀਂ ਸਾਰਾ ਦੇਖਿਆ, ਨਾਟਕ ਹੈ ਕੀ? ਦੇਖੋ ਜੀ ਗੁਰਵਿੰਦਰ ਜੀ, ਪਤਾ ਕੀ ਗੱਲ ਹੈ, ਜੋ ਤੁਸੀਂ ਸ਼ੁਰੂਆਤ ਕੀਤੀ ਹੈ ਕਿ ਮੈਨੂੰ ਸਭ ਤੋਂ ਸੋਹਣੀ ਗੱਲ ਲੱਗੀ ਕਿ ਤੁਸੀਂ ਇਹ ਕੀਤਾ ਕਿ ਨਾਟਕ ਕੀ ਹੈ, ਔਰ ਅਸੀਂ ਇੱਥੇ ਬਹੁਤ ਸਾਰੀਆਂ ਗੋਲ ਗੱਲਾਂ ਕਰ ਜਾਂਦੇ ਹਾਂ ਕਿ ਨਾਟਕ ਇਹ ਹੁੰਦਾ, ਨਾਟਕ ਉਹ ਹੁੰਦਾ। ਇੱਕ ਲਾਈਨ ਦੇ ਵਿੱਚ ਤੁਹਾਨੂੰ ਕਹਿਣਾ ਹੋਵੇ ਕਿ ਨਾਟਕ ਕੀ ਹੈ, ਨਾਟਕ ਸਾਹਿਤ ਦੀ ਉਹ ਵੰਨਗੀ ਹੈ ਜੋ ਸੰਵਾਦ ਪ੍ਰਧਾਨ ਹੈ, ਜਿਸ ਦੇ ਜਿੱਥੇ ਸੰਵਾਦ ਹੈ ਉਹ ਨਾਟਕ ਹੈ। ਸੰਵਾਦ ਤੋਂ ਬਿਨਾਂ ਜੇ ਤੁਸੀਂ ਗੱਲ ਕਰੋਗੇ ਨਾਟਕ ਨਹੀਂ ਹੈ। ਜੋ ਭਾਵ ਹੈ, ਜੋ ਗੱਲ ਹੈ ਉਹ ਸੰਵਾਦ ਦੇ ਰੂਪ ਦੇ ਵਿੱਚ ਕਹੀ ਜਾਂਦੀ ਹੈ, ਉਹ ਨਾਟਕ ਹੈ। ਨਾਟਕ ਦਾ ਅਸਤਿਤਵ ਵੀ ਸੰਵਾਦ ਦੇ ਨਾਲ ਹੈ। ਸੰਵਾਦ ਕਿਹਦੇ ਨਾਲ? ਪਾਤਰਾਂ ਦਾ ਸੰਵਾਦ ਜਾਂ ਪਾਤਰਾਂ ਦਾ ਦਰਸ਼ਕ ਦੇ ਨਾਲ ਸੰਵਾਦ? ਪਹਿਲਾਂ ਪਾਤਰਾਂ ਦਾ ਪਾਤਰ ਨਾਲ, ਅਤੇ ਫਿਰ ਉਹਨਾਂ ਪਾਤਰਾਂ ਨੂੰ ਇੱਕ ਪਰਸਨ ਹੁੰਦਾ ਨਿਰਦੇਸ਼ਕ ਜੋ ਉਹ ਸੰਵਾਦ ਦਰਸ਼ਕ ਦੇ ਨਾਲ ਜੋੜ ਕੇ ਦਿਖਾਉਂਦਾ। ਇਹ ਇਸ ਦੀ ਇੱਕ ਵਿਧਾ ਹੈ। ਜਿੱਦਾਂ ਹੁਣ ਤੁਸੀਂ ਕਹੋਗੇ ਕਿ ਕਹਾਣੀ ਹੈ, ਨਾਵਲ ਹੈ, ਉਹਦੇ ਨਾਲ ਸ਼ਬਦ ਜੁੜਿਆ ਹੋਇਆ ਪਾਠਕ। ਠੀਕ ਹੈ। ਜਦੋਂ ਨਾਟਕ ਦੇ ਨਾਲ ਸ਼ਬਦ ਜੁੜਿਆ ਹੋਇਆ ਸੰਵਾਦ, ਅਤੇ ਉਹਦੇ ਨਾਲ ਜੁੜਿਆ ਹੋਇਆ ਸੰਵਾਦ ਦੇ ਨਾਲ ਦਰਸ਼ਕ। ਪਾਠਕ ਅਤੇ ਦਰਸ਼ਕ ਸਿਰਫ ਇੱਕੋ ਹੀ ਵਿਧਾ ਹੈ ਸਾਹਿਤ ਦੀ ਜੋ ਨਾਟਕ ਦੇ ਨਾਲ ਜੁੜਿਆ ਹੋਇਆ। ਬਹੁਤ ਖੂਬ। ਅਤੇ ਜਿਸ ਤੋਂ ਬਿਨਾਂ ਤੁਸੀਂ ਗੱਲ ਘੁਮਾਈ ਚੱਲੋ, ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਹੁੰਦੀ ਹੈ ਨਾਟਕ ਕੀ ਹੈ, ਉਹ ਪਤਾ ਨਹੀਂ ਖੱਬਿਓਂ ਕੰਨ ਫੜਦੇ ਨੇ ਸੱਜੇ ਪਾਸੇ ਲੈ ਜਾਂਦੇ ਨੇ, ਸੱਜੇ ਪਾਸੇ ਲੈ ਜਾਂਦੇ ਨੇ। ਸਿੱਧੇ ਸ਼ਬਦਾਂ 'ਚ ਉਹਦਾ ਮਰਥ ਹੀ ਹੁੰਦਾ ਸੰਵਾਦ ਪ੍ਰਧਾਨ, ਜੋ ਦਰਸ਼ਕ ਦੇ ਲਈ, ਦਰਸ਼ਕ ਦੇ ਸਾਹਮਣੇ ਇੱਕ ਨਿਰਦੇਸ਼ਕ ਦੇ ਦੁਆਰਾ ਪ੍ਰਸਤੁਤ ਕੀਤਾ ਜਾਂਦਾ ਹੈ, ਅਤੇ ਉਹ ਸੰਵਾਦ ਹੀ ਉਸ ਦਾ ਆਧਾਰ ਹੈ। ਅਸੀਂ ਨਾ ਚੈੱਕ ਕਰ ਰਹੇ ਸੀ ਵੀ ਗੋਲਡ ਮੈਡਲ ਸੱਚੀ ਦਾ ਹੈ। ਅੱਛਾ, ਬਹਰਹਾਲ ਆਪਾਂ ਬਹੁਤ ਸੋਹਣੀ ਤੁਸੀਂ ਗੱਲ ਕੀਤੀ। ਹੁਣ ਆਉਂਦੇ ਹਾਂ ਵੀ ਤੁਹਾਡੇ ਪਰਸਨਲ, ਤੁਹਾਡੀ ਜ਼ਿੰਦਗੀ ਦੇ ਸਫ਼ਰ ਦੇ ਬਾਰੇ, ਵੀ ਤੁਸੀਂ ਡਾਕਟਰੇਟ ਤੱਕ ਕਰ ਲਈ, ਕਦੇ ਸੋਚਿਆ ਸੀ ਵੀ ਤੁਸੀਂ ਨਾਟਕਕਾਰ ਜਾਂ ਲੇਖਕ ਦੇ ਤੌਰ 'ਤੇ ਤੁਹਾਡੀ ਕੋਈ ਪਛਾਣ ਬਣੇਗੀ ਇੱਦਾਂ ਦੀ, ਔਰ ਇੱਦਾਂ ਕਦੇ ਇੰਟਰਵਿਊ 'ਤੇ ਬੈਠੋਗੇ ਔਰ ਇਸ ਬਾਰੇ ਗੱਲ ਹੋਏਗੀ? ਨਹੀਂ, ਬਿਲਕੁਲ ਨਹੀਂ ਸੋਚਿਆ ਸੀਗਾ। ਫਿਰ ਇਹ ਕਿਵੇਂ ਹੋਇਆ? ਕਰੇ ਕਰਾਵੇ ਆਪੇ ਹਾਰ, ਮਾਨਸ ਕੇ ਕੁਛ ਨਾ ਹੀ ਹੱਥ। ਮੈਂ ਬਿਲਕੁਲ ਮੰਨਦਾ ਉਸ ਚੀਜ਼ ਨੂੰ, ਪਰ ਫਿਰ ਵੀ ਕੁਝ ਘਟਨਾਵਾਂ ਹੋਣਗੀਆਂ, ਕੁਝ ਲੜੀਆਂ ਹੋਣਗੀਆਂ, ਕੁਝ ਤੰਦਾਂ ਹੋਣਗੀਆਂ ਜਿਹੜੀਆਂ ਜੁੜਦੀਆਂ ਇੱਥੇ ਤੱਕ ਤੁਸੀਂ। ਹਾਂ, ਇਹ ਤੰਦਾਂ ਤਾਂ ਬਹੁਤ ਪਿੱਛੇ ਤੱਕ ਜਾਣਾ ਪੈਂਦਾ ਕਿ ਤੁਸੀਂ ਦੇਖੋਗੇ ਕਿ ਕਿੱਦਾਂ ਜੁੜਦੀਆਂ ਨੇ ਤੰਦਾਂ। ਇੱਕ ਚੀਜ਼ ਹੁੰਦੀ ਹੈ ਗੁਰਵਿੰਦਰ ਕਿ ਤੁਸੀਂ ਇਰਾਦੇ ਦੇ ਨਾਲ ਠਾਣ ਕੇ ਚੀਜ਼ ਕਰਦੇ ਹੋਗੇ, ਜਾਂ ਤੁਹਾਨੂੰ ਥੋੜ੍ਹੀ ਬਹੁਤ ਚੀਜ਼ ਉਹ ਵਿਰਸੇ ਦੇ ਵਿੱਚ ਮਿਲੀ ਹੁੰਦੀ ਆ ਜਾਂ ਘਰ ਦੇ ਵਿੱਚ ਮਿਲੀ ਹੁੰਦੀ ਹੈ। ਜੀ। ਮੇਰੇ ਨਾਲ ਦੋਨੋਂ ਚੀਜ਼ਾਂ ਨਹੀਂ ਬਿਲਕੁਲ ਹੋਈਆਂ। ਨਾ ਤਾਂ ਮੈਂ ਕਦੇ ਠਾਣਿਆ ਸੀਗਾ ਕਿ ਮੈਂ ਕਲਾ ਦੇ ਖੇਤਰ 'ਚ ਅੱਗੇ ਵਧਣਾ,
ਤੇ ਨਾ ਹੀ ਮੇਰੇ ਕਿਤੇ ਵਿਰਾਸਤ ਦੇ ਵਿੱਚ ਇਹ ਚੀਜ਼ ਮੈਨੂੰ ਮਿਲੀ ਸੀ। ਦੂਰ ਦੂਰ ਤੱਕ ਵਾਸਤਾ ਵੀ ਨਹੀਂ ਸੀਗਾ, ਪੜ੍ਹਾਈ ਦੇ ਨਾਲ ਵੀ ਵਾਸਤਾ ਨਹੀਂ ਸੀਗਾ ਮੇਰੇ ਏਰੀਏ ਦਾ, ਮੇਰੇ ਪਿੰਡ ਦਾ, ਮੇਰੇ ਘਰ ਦਾ, ਤੇ ਸਾਹਿਤ ਦੀ ਤਾਂ ਗੱਲ ਬਹੁਤ ਦੂਰ ਹੈ। ਔਰ ਮੇਰੇ ਖਿਆਲ 'ਚ ਮੈਂ ਦਰਸ਼ਕਾਂ ਨਾਲ ਜ਼ਰੂਰ ਸਾਂਝ ਪਾ ਦਿਆਂ ਕਿ ਤੁਸੀਂ ਆਪਣੇ ਇਲਾਕੇ ਦੇ ਵਿੱਚੋਂ ਪਹਿਲੇ ਸ਼ਖਸ ਹੋ ਜਿਹਨੇ ਗ੍ਰੈਜੂਏਸ਼ਨ ਵੀ ਕੀਤੀ ਔਰ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵੀ ਕੀਤੀ। ਪੋਸਟ ਗ੍ਰੈਜੂਏਸ਼ਨ ਵੀ ਕੀਤੀ। ਮੇਰੇ ਪਿੰਡ ਦਾ ਮੈਨੂੰ ਲੱਗਦਾ ਕਿ ਸੁਣਦਾ ਸੀਗਾ ਕਿ 1976 ਦੇ ਵਿੱਚ ਸਾਡੇ ਤਾਇਆ ਜੀ ਸੀਗੇ ਜਿਨ੍ਹਾਂ ਨੇ, ਉਹ ਚੰਡੀਗੜ੍ਹ ਜੌਬ ਕਰਦੇ ਸੀ, ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਸੀ। ਉਸ ਤੋਂ ਬਾਅਦ 2005 ਦੇ ਵਿੱਚ ਮੈਂ ਗ੍ਰੈਜੂਏਸ਼ਨ ਕੀਤੀ ਤੇ ਫਸਟ ਸੀਗਾ ਮੁੰਡਾ ਜਿਹਨੇ MA ਕੀਤੀ, PhD ਤੱਕ ਇਹ ਸਫ਼ਰ ਚੱਲਦਾ ਰਿਹਾ। ਬਹੁਤ ਖੂਬ। ਤੇ ਬਚਪਨ ਤੋਂ ਲੈ ਕੇ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਮੈਨੂੰ ਇਹ ਤਾਂ ਨਹੀਂ ਪਤਾ ਸੀ ਕਿ ਮੈਂ ਸਾਹਿਤ ਦੇ ਨਾਲ ਜੁੜਨਾ, ਮੈਂ ਕਲਾ ਦੇ ਨਾਲ ਜੁੜਨਾ। ਜੇ ਮੈਨੂੰ ਮੈਂ ਪਿਛਲੇ ਅਤੀਤ ਦੇ ਵਿੱਚ ਨਜ਼ਰ ਮਾਰਾਂ ਤਾਂ ਇਹ ਚੀਜ਼ ਮੈਨੂੰ ਜ਼ਰੂਰ ਆਉਂਦੀ ਹੈਗੀ ਕਿ ਮੈਨੂੰ ਇਹ ਸੀ ਕਿ ਮੈਂ ਅੱਗੇ ਜਾਣਾ, ਅੱਗੇ ਵਧਣਾ, ਅੱਗੇ ਜਾਣਾ, ਮੈਂ ਆਪਣੇ ਆਪ ਨੂੰ ਐਕਸਪਲੋਰ ਕਰਨਾ। ਇਹ ਥੋਟ ਉਸ ਵੇਲੇ ਮੇਰੇ ਮਨ 'ਚ ਚੱਲਦਾ ਸੀ। ਆਈ ਥਿੰਕ ਮੈਂ 4ਵੀਂ 5ਵੀਂ 'ਚ ਹੋਵਾਂਗਾ ਜੇ ਮੈਂ ਆਪਣੇ ਪਿੱਛੋਂ ਜਾਵਾਂ, ਕਿ ਮੈਂ ਖੇਤਾਂ ਦੀਆਂ ਵੱਟਾਂ ਦੇ ਵਿੱਚ ਤੁਰਦਾ ਤੁਰਦਾ ਸੋਚਦਾ ਹੁੰਦਾ ਸੀ ਕਿ ਮੈਂ ਕੁਝ ਕਰਨਾਗਾ, ਮੈਂ ਇੱਕ ਨੋਰਮਲ ਜ਼ਿੰਦਗੀ ਜੀ ਨਹੀਂ ਸਕਦਾ। ਇਹ ਮੇਰੀ ਪ੍ਰੋਬਲਮ ਸੀਗੀ। ਮੈਨੂੰ ਲੱਗਦਾ ਸੀ ਕਿ ਮੈਂ ਆਮ ਨਹੀਂ ਹਾਂ। ਉਹ ਚੀਜ਼ ਨੇ ਮੈਨੂੰ 8ਵੀਂ ਜਮਾਤ ਦੇ ਵਿੱਚ ਮੈਨੂੰ ਲੈ ਕੇ, 8ਵੀਂ ਦੀ ਮੇਰੀ ਇੱਕ ਘਟਨਾ ਹੈਗੀ ਕਿ 8ਵੀਂ ਕਲਾਸ ਕਰਨ ਤੋਂ ਬਾਅਦ ਨਾ ਮੈਂ ਇੱਕੋ ਦਮ ਮੇਰੇ ਮਨ 'ਚ ਆ ਕਿ ਮੈਂ ਪੜ੍ਹਾਈ ਨਹੀਂ ਕਰਨੀ, ਮੈਂ ਨਹੀਂ ਪੜ੍ਹਨਾ, ਮੈਂ ਦਾਖਲਾ ਹੀ ਨਹੀਂ ਕਿਤੋਂ ਲਿਆ। ਮੇਰੀ ਮਾਂ ਨੇ ਮੈਨੂੰ ਸਮਝਾਇਆ। ਮੇਰੀ ਮਾਂ ਬੇਸ਼ੱਕ ਉਹ ਪੜ੍ਹੇ ਨਹੀਂ ਹੋਏ ਸੀਗੇ, ਪਰ ਉਹ ਮੈਨੂੰ ਕਹਿੰਦੇ ਸੀ ਕਿ ਪੜ੍ਹ ਲਾ ਪੁੱਤ, ਨਹੀਂ ਇੱਥੇ ਖੇਤਾਂ ਦੇ ਵਿੱਚ ਤੇਰੇ ਪਿਓ ਨੇ ਤੈਨੂੰ ਲਾ ਲੈਣਾਗਾ, ਔਖਾ ਹੋਏਗਾ, ਪੜ੍ਹ ਲਾ ਪੜ੍ਹ ਲਾ। ਪਤਾ ਨਹੀਂ ਕੀ ਮਨ ਦੇ ਵਿੱਚ ਪੰਜਾਬੀ ਜਦੋਂ ਕਹਿੰਦੇ ਬਿਟਰ ਗਿਆ ਮੈਂ ਆਪਦੇ ਆਪ ਨਾਲ ਹੀ ਕਿ ਮੈਂ ਨਹੀਂ ਪੜ੍ਹਦਾ, ਮੈਂ ਨਹੀਂ ਦਾਖਲਾ ਲੈਂਦਾ। ਮੇਰੇ ਪਿਓ ਨੇ ਮੈਨੂੰ ਕਿਹਾ, ਕਹਿੰਦਾ ਨਹੀਂ ਦਾਖਲਾ ਲੈਣਾ ਫਿਰ ਚੱਕ ਕਹੀ। ਸਾਡੇ ਖੇਤ ਸੀਗਾ ਪਿੰਡ ਦੇ ਨਾਲ ਹੀ, ਜਿਹਨੂੰ ਨਿਆਈ ਕਹਿੰਦੇ ਨੇਗੇ। ਉਦੋਂ ਮਿਰਚਾਂ ਬੀਜੀਆਂ ਹੋਈਆਂ ਸੀ, ਜਾ ਕਹਿੰਦਾ ਪਾਣੀ ਲਾ ਜਾ ਕੇ। ਫਿਰ ਉਦੋਂ ਅਸੀਂ ਪਾਣੀ ਲਾ ਰਹੇ ਸੀ, ਕਹਿੰਦਾ ਚੱਲ ਦੇਖ। ਮੈਂ ਕਿਹਾ ਮੈਂ ਜਾਣਾ। ਮੈਂ ਚਲਾ ਗਿਆ ਤੇ ਮੈਂ ਮਿਰਚਾਂ ਨੂੰ ਪਾਣੀ ਲਾ ਰਿਹਾ ਜੀ। 8ਵੀਂ ਹਜੇ ਕੀਤੀ ਸੀਗੀ, ਛੋਟਾ ਜਿਹਾ ਸੀਗਾ। ਉਹਦੇ ਨਾਲ ਮੇਰੇ ਪਹਾੜੀ ਕਿੱਕਰ ਦੀ ਨਾ ਸੂਲ ਪੈਰ 'ਚ ਵੱਜੀ। ਉੱਥੇ ਸਾਡੇ ਨਾਲ ਪੜ੍ਹਾਉ ਹੁੰਦੀ ਸੀਗੀ, ਬਹੁਤ ਜ਼ਿਆਦਾ ਮੈਂ ਪਾਣੀ ਲਾਇਆ ਔਰ ਇੰਨੀ ਜ਼ੋਰ ਦੀ ਉਹ ਪੈਰ 'ਚ ਵੱਜੀ ਜੀ ਗੁਰਵਿੰਦਰ ਕਿ ਮੇਰੇ ਪੈਰ 'ਚੋਂ ਨਾ ਖੂਨ ਦੀਆਂ ਧਰਾਲਾਂ ਵੱਜਣ। ਮੈਂ ਲੰਘ ਮਾਰਦਾ ਮਾਰਦਾ ਰੋਂਦਾ ਹੋਇਆ ਘਰੇ ਆਇਆ। ਨਾਲੇ ਤਾਂ ਮੇਰੀ ਮਾਂ ਮੈਨੂੰ ਕੁੱਟੇ, ਨਾਲੇ ਮੇਰੇ ਪਿਓ ਨੂੰ ਗਾਲਾਂ ਕੱਢੇ, ਨਾਲੇ ਮੈਨੂੰ ਕਹੇ ਵੀ ਤੈਨੂੰ ਕਿਹਾ ਸੀ ਡੁੱਬੜਿਆ, ਪੜ੍ਹ ਲਾ ਪੜ੍ਹ ਲਾ ਪੜ੍ਹ ਲਾ। ਮੈਂ ਕਿਹਾ ਮੇਰੇ ਤੋਂ ਦਾਖਲਾ ਕਰਵਾਓ ਕਿਤੇ ਜੀ, ਮੈਂ ਤਾਂ ਪੜ੍ਹਨਾ ਹੈਗਾ। ਅੱਛਾ। ਤੇ ਫਿਰ ਦਾਖਲੇ ਬੰਦ ਹੋ ਗਏ ਉਸ ਵੇਲੇ ਜੀ। ਫਿਰ ਕਿਤੇ ਐਡਮਿਸ਼ਨ ਨਾ ਮਿਲੇ। ਬੜਾ ਕਹਿ ਕਹਾ ਕੇ ਫਿਰ ਜਕੇਪਲ ਪਿੰਡ ਪੈਂਦਾ ਸੀ ਮੇਰੇ ਨਾਨਕੇ, ਮੇਰੇ ਮਾਮਾ ਜੀ ਨੇ ਮੇਰੀ ਹੈਲਪ ਕੀਤੀ ਤੇ ਉਦੋਂ 9ਵੀਂ 'ਚ ਐਡਮਿਸ਼ਨ ਹੋਈ। ਫਿਰ ਮੇਰਾ ਐਜੂਕੇਸ਼ਨ ਦੁਬਾਰੇ ਚੱਲ ਪਈ। ਫਿਰ ਚੱਲਦਾ 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 ਇੱਦਾਂ ਸੀ +2 ਹੋ ਗਈ। ਫਿਰ ਸੋਚਿਆ ਵੀ ਹੁਣ ਅੱਗੇ ਕੀ ਕਰਨਾ, ਗ੍ਰੈਜੂਏਸ਼ਨ ਕਰਨੀ ਆ। ਗ੍ਰੈਜੂਏਸ਼ਨ ਤੋਂ ਬਾਅਦ ਕੀ ਕਰਨਾ, ਯੂਨੀਵਰਸਿਟੀ ਜਾਣਾ ਗਾ। ਤਾਂ ਇਹ ਚੱਲਣ ਦਾ ਸਿਲਸਿਲਾ ਸੀ, ਇਹ ਚੱਲਦਾ ਰਿਹਾ। ਕ੍ਰੀਏਟਿਵ ਰਾਈਟਿੰਗ ਸੀ। ਮੈਨੂੰ ਯਾਦ ਆ ਕਿ ਮੈਂ ਕੌਨਸ਼ੀਅਸਲੀ ਜਦੋਂ ਗ੍ਰੈਜੂਏਸ਼ਨ ਦੇ ਵਿੱਚ ਸੀਗਾ, ਉਦੋਂ ਮੈਂ ਜੋ ਮੇਰੇ ਥੋਟਸ ਸੀਗੇ ਉਹ ਮੈਂ ਪੇਪਰ ਦੇ ਉੱਪਰ, ਕਾਗਜ਼ ਦੇ ਉੱਪਰ ਲਿਖਣੇ ਸ਼ੁਰੂ ਕਰਤੇ ਸੀਗੇ। ਠੀਕ ਹੈ। ਪੋਇਟਰੀ ਸੀ, ਕਹਾਣੀਆਂ ਸੀਗੀਆਂ, ਉਹ ਮੈਂ ਲਿਖਣੀਆਂ ਸ਼ੁਰੂ ਕਰਤੀਆਂ ਸੀਗੀਆਂ। ਤੇ ਉਦੋਂ ਮੈਨੂੰ ਲੱਗਦਾ ਹੁੰਦਾ ਸੀ ਕਿ ਹਾਂ ਚੀਜ਼ ਕੀ ਕਰਨੀ ਹੈ, ਕੁਛ ਨਾ ਕੁਛ ਕਰ ਸਕਦੇ ਹਾਂਗੇ। ਇਸ ਤਰ੍ਹਾਂ ਨਾਲ ਉਹ ਪਿੰਡ ਦੇ ਸਫ਼ਰ ਦੇ ਵਿੱਚੋਂ, ਕਿਉਂਕਿ ਮੈਂ ਪਿੰਡ ਦੀ ਲਾਈਫ ਨੂੰ ਬਹੁਤ, ਖੇਤਾਂ ਦੇ ਵਿੱਚ ਮੈਂ ਜ਼ਿੰਦਗੀ ਗੁਜ਼ਾਰੀ ਹੈਗੀ। ਘਰ ਮੈਨੂੰ ਜਾਣਾ ਸੀ, ਮੈਨੂੰ ਘਰੋਂ ਕਾਲਜ ਤੋਂ ਮੇਰਾ ਖੇਤ, ਮੈਨੂੰ ਤਿੰਨੇ ਚੀਜ਼ਾਂ ਦਾ ਨਸ਼ਾ ਸੀਗਾ, ਪੜ੍ਹਾਈ ਦਾ ਤੇ ਮੈਨੂੰ ਕੰਮ ਦਾ। ਤੇ ਉਹ ਕਿਤੇ ਨਾ ਕਿਤੇ ਆਲਾ ਦੁਆਲਾ ਮੈਂ ਇੱਕ ਮੇਰੇ ਕ੍ਰੀਏਟ ਕੀਤਾ ਸੀਗਾ ਜਿਹਨੂੰ ਕਹਿੰਦੇ ਐਬਸਟਰੈਕਟ ਵਰਲਡ ਹੁੰਦਾ ਤੁਹਾਡਾ। ਉਹ ਮੇਰਾ ਸੰਸਾਰ ਸੀਗਾ, ਅੱਜ ਵੀ ਹੈ। ਉਹ ਸੰਸਾਰ ਨੇ ਜਿਹਦੇ ਵਿੱਚ ਮੈਨੂੰ ਆਪਣੇ ਆਪ ਨਾਲ ਰਹਿਣਾ, ਆਪਣੇ ਆਪ ਨਾਲ ਸੰਵਾਦ ਰਚਾਉਣਾ, ਗੱਲ ਕਰਨੀ, ਉਹ ਚੀਜ਼ ਚੱਲਦੀ ਸੀ ਕਿਤੇ ਨਾ ਕਿਤੇ। ਇਹ ਬੜੀ ਤੁਹਾਡੀ ਇੰਸਪਾਇਰਿੰਗ ਜੀ ਗੱਲ ਹੈ, ਬਹੁਤ ਪ੍ਰੇਰਣਾ ਦੇਣ ਵਾਲੀ ਕਿ ਇੱਕ ਖੇਤਾਂ 'ਚੋਂ, ਪਿੰਡਾਂ 'ਚੋਂ ਉੱਠ ਕੇ ਇੱਕ ਨੌਜਵਾਨ ਜਿਹੜਾ ਹੈ ਉਹ ਬਾਅਦ ਦੇ ਵਿੱਚ ਗ੍ਰੈਜੂਏਸ਼ਨ ਵੀ ਕਰਦਾ ਹੈ, ਪੋਸਟ ਗ੍ਰੈਜੂਏਸ਼ਨ ਵੀ ਕਰਦਾ ਹੈ, ਬਾਕਾਇਦਾ ਗੋਲਡ ਮੈਡਲਿਸਟ ਹੁੰਦਾ ਹੈ, ਨੈਟ ਵੀ ਕਲੀਅਰ ਕਰਦਾ ਜਿਹਨੂੰ ਉਸ ਸਮੇਂ ਦੇ ਵਿੱਚ ਆਪਾਂ ਕਹਿੰਦੇ। ਫਿਰ ਉਸ ਤੋਂ ਬਾਅਦ ਡਾਕਟਰੇਟ ਤੱਕ ਦੀ ਪੜ੍ਹਾਈ ਤੱਕ ਜਾਂਦਾ ਹੈ ਤਾਂ ਉਹ ਵੀ ਕਲੀਅਰ ਕਰਦਾ ਸਹਿਜਤਾ ਦੇ ਨਾਲ, ਔਰ ਦੇਸ਼ ਵਿਦੇਸ਼ ਦੇ ਵਿੱਚ ਲੋਕਾਂ ਦੇ ਮਨਾਂ 'ਚ ਆਪਣੀ ਪਛਾਣ ਵੀ ਬਣਾਉਂਦਾ ਹੈ। ਜੇ ਮੈਂ ਗਲਤ ਨਹੀਂ ਹਾਂ ਤਾਂ ਬਾਕਾਇਦਾ ਤੁਸੀਂ ਪਲੇ ਰਾਈਟ ਤਾਂ ਹੈਗੇ ਹੀ ਹੋ, ਪਰ ਤੁਸੀਂ ਦੂਰਦਰਸ਼ਨ ਦੇ ਨਾਲ ਵੀ ਜੁੜੇ ਰਹੇ ਹੋ। ਬਿਲਕੁਲ ਜੁੜੇ ਹਾਂ ਜੀ। ਉਸ ਸਬਬ ਵੀ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ। ਦੇਖੋ, ਦੂਰਦਰਸ਼ਨ ਦਾ ਨਾ ਮੇਰੇ ਦਿਲ ਦੇ ਵਿੱਚ ਬਹੁਤ, ਮੇਰੀ ਹਮੇਸ਼ਾ ਤੋਂ ਰਿਸਪੈਕਟ। ਅੱਜ ਵੀ ਜਦੋਂ ਮੈਂ ਦੂਰਦਰਸ਼ਨ ਦੇ ਵਿਹੜੇ 'ਚ ਪੈਰ ਪਾਇਆ ਤਾਂ ਮੈਂ ਮੱਥਾ ਚੁੰਮਿਆ,
ਮੈਂ ਪੈਰੀਂ ਹੱਥ ਲਾਏ, ਸਜਦਾ ਕੀਤਾ ਇਸ ਥਾਂ ਨੂੰ, ਕਿਉਂਕਿ ਮੈਨੂੰ ਅੱਜ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਦੂਰਦਰਸ਼ਨ ਦਾ ਬਹੁਤ ਵੱਡਾ ਹੱਥ ਆ। ਇਹਦੀ ਸਟੋਰੀ ਹੈ ਕਿ ਜਦੋਂ ਮੈਂ 2008 ਦੇ ਵਿੱਚ ਪਾਸ ਆਊਟ ਹੋਇਆ ਸੀ ਨਾ, ਤੇ ਪੁਨੀਤ ਸਹਿਗਲ ਜੀ ਹੋਰਾਂ ਨੇ ਉਸ ਵੇਲੇ ਆਡੀਸ਼ਨ ਰੱਖੇ ਸੀਗੇ, ਤੇ ਪਹਿਲੀ ਵਾਰ ਮੈਨੂੰ ਲੱਗਦਾ, ਜੇ ਮੈਂ ਗਲਤ ਨਹੀਂ, ਦੂਰਦਰਸ਼ਨ ਦੇ ਇਤਿਹਾਸ 'ਚ ਹੋਇਆ ਸੀਗਾ, ਡੇਲੀ ਸੋਪ ਸੀਰੀਅਲ ਉਹਨਾਂ ਨੇ ਸਟਾਰਟ ਕੀਤਾ ਸੀ, ਭਾਗਾਂ ਵਾਲੀਆਂ। ਤੇ ਮੈਂ ਇੱਥੇ ਨਾਲ ਵਾਲੇ ਸਟੂਡੀਓ ਦੇ ਵਿੱਚ ਆਡੀਸ਼ਨ ਦੇਣ ਆਇਆ ਸੀ। ਤੇ ਇੱਦਾਂ ਮੈਂ ਉੱਠ ਕੇ ਆਇਆ ਆਡੀਸ਼ਨ ਦੇਣ, ਤੇ ਮੈਨੂੰ ਕੁਝ ਦਿਨਾਂ ਬਾਅਦ ਫੋਨ ਆਇਆ ਕਿ ਤੁਹਾਡਾ ਆਡੀਸ਼ਨ ਪਾਸ ਹੋ ਗਿਆ, ਤੇ ਡੇਲੀ ਸੋਪ ਸੀਰੀਅਲ ਦੇ ਵਿੱਚ ਤੁਹਾਨੂੰ ਇੱਕ ਬੜਾ ਇੰਪੋਰਟੈਂਟ ਕਰੈਕਟਰ ਹੈਗਾ, ਤੁਹਾਨੂੰ ਉਹਦੇ ਵਾਸਤੇ ਤੁਹਾਡੀ ਸਿਲੈਕਸ਼ਨ ਹੋਈ ਹੈ। ਤੇ ਜੀ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ, ਉਹ ਗੱਲ ਸੀਗੀ, ਤੇ ਮੇਰੇ ਧਰਤੀ ਤੇ ਪੈਰ ਨਾ ਲੱਗਣ ਕਿ ਮੈਂ ਕਿਹਾ ਵੀ ਇਹ ਹੋ ਗਿਆ। ਤੇ ਇੱਥੇ ਮੈਨੂੰ ਦੂਰਦਰਸ਼ਨ ਨੇ ਉਹ ਪਹਿਲਾ ਮੌਕਾ ਦਿੱਤਾ ਟੀਵੀ ਤੇ ਆਉਣ ਦਾ, ਤੇ ਉਹ ਡੇਲੀ ਸੋਪ ਸੀਰੀਅਲ ਨੇ ਮੈਨੂੰ ਪਹਿਚਾਣ ਵੀ ਬਣਾਈ, ਮੈਨੂੰ ਹਰ ਪੱਖ ਤੋਂ ਚੀਜ਼ਾਂ ਦੇ ਨਾਲ ਜੋੜਿਆ। ਤੇ ਲੱਕੀਲੀ ਇਹ ਹੋਇਆ ਕਿ ਉਹ ਸੀਰੀਅਲ ਜਿਉਂ ਹਲੇ ਖਤਮ ਵੀ ਨਹੀਂ ਹੋਇਆ ਸੀ, ਉਹਨਾਂ ਨੇ ਦੂਰਦਰਸ਼ਨ ਵੱਲੋਂ, ਪੁਨੀਤ ਸਹਿਗਲ ਜੀ ਵੱਲੋਂ ਅਗਲਾ ਸੀਰੀਅਲ ਵੀ ਅਨਾਉਂਸ ਕਰਤਾ ਸੀਗਾ, ਇਹ ਕਹੀ ਰੁੱਤ ਆਈ। ਤੇ ਉਹਦੇ ਵਿੱਚ ਬਹੁਤ ਘੱਟ ਕਾਸਟ ਸੀ ਜਿਨ੍ਹਾਂ ਨੂੰ ਰਿਪੀਟ ਕੀਤਾ ਗਿਆ, ਤੇ ਮੈਂ ਉਹਨਾਂ ਖੁਸ਼ਕਿਸਮਤਾਂ ਚੋਂ ਇੱਕ ਸੀਗਾ ਕਿ ਜਿਨ੍ਹਾਂ ਨੂੰ ਦੁਬਾਰਾ ਵੀ ਉਹਨਾਂ ਨੇ ਕਾਸਟ ਕੀਤਾ। ਮੇਰਾ ਦੋਸਤ ਸੀ, ਮੈਂ ਤੇ ਅਮਨ ਗਿੱਲ, ਅਸੀਂ ਨੇ ਇਕੱਠੇ ਕੰਮ ਕੀਤਾ। ਕੁਝ ਸਮਾਂ ਪਹਿਲਾਂ ਮੈਂ ਤੇ ਅਮਨ, ਅਸੀਂ ਹੁਣ ਕੈਨੇਡਾ 'ਚ ਇਕੱਠੇ ਬੈਠੇ ਸੀ, ਇਹੀ ਗੱਲਾਂ ਕਰਦੇ ਸੀਗੇ। ਇੱਕ ਤੁਹਾਡੀ ਤਸਵੀਰ ਵੀ ਹੈ ਸਾਡੇ ਕੋਲ, ਜੇ ਅਸੀਂ ਜਿਹੜੀ ਸਾਂਝੀ ਕਰ ਰਹੇ ਹਾਂ ਅਸੀਂ ਦਰਸ਼ਕਾਂ ਦੇ ਨਾਲ, ਇਸ ਤਸਵੀਰ ਦੇ ਵਿੱਚ ਇੱਕ ਬੜਾ ਭਾਵਪੂਰਨ ਜਿਹੜਾ ਦ੍ਰਿਸ਼ ਹੈ ਉਹ ਸਿਰਜਿਆ ਜਾ ਰਿਹਾ ਜੀ। ਹਾਂ, ਇਹ ਧਰਾਬੀ 1947 ਪਲੇ ਸੀ, ਪਾਰਟੀਸ਼ਨ ਦੇ ਉੱਪਰ, ਇਹ ਉਹਦੀ ਫੋਟੋ ਹੈ। ਔਰ ਇਹਦੇ ਬਹੁਤ ਸਾਰੇ ਸ਼ੋਅ ਵੀ ਹੋਏ, ਇਹਦੇ ਸ਼ੋਅ ਹੋਏ ਨੇ, ਬਹੁਤ ਜ਼ਿਆਦਾ ਸ਼ੋਅ ਹੋਏ ਨੇਗੇ। ਔਰ ਇਹ ਬਹੁਤ ਮਿਊਜ਼ੀਕਲ ਵੀ ਕਿਹਾ ਜਾਂਦਾ ਹੈ ਇਹਨੂੰ, ਇਹਦਾ ਸੈੱਟ ਵੀ ਬੜਾ ਖੂਬਸੂਰਤ ਸੀ, ਮੈਂ ਖੁਦ ਦੇਖਿਆ ਵੀ ਹੈ ਖੈਰ ਜੀ। ਤੇ ਇਹਦੀ ਵੀ ਬੜੀ ਇੰਟਰਸਟਿੰਗ ਜਰਨੀ ਸੀ ਕਿ ਡਾਕਟਰ ਸਾਹਿਬ ਉਸੇ ਪਾਸੇ ਆਉਂਦੇ ਬਤੌਰ ਲੇਖਕ ਤੁਸੀਂ ਕਿੱਦਾਂ ਧਾਰਾਵੀ ਸਿਰਜਿਆ। ਇਹ ਤੀਸਰਾ ਪਲੇ ਸੀ, ਇਸ ਤੋਂ ਪਹਿਲਾਂ ਕੋਮਾਗਾਟਾ ਮਾਰੂ ਪਲੇ ਲਿਖਿਆ ਸੀਗਾ, ਫਿਰ ਮੈਂ ਮੇਰੇ ਲੋਕ ਲਿਖਿਆ। ਜਦੋਂ ਇਹ ਪਲੇ 2017 ਦੀ ਗੱਲ ਹੈ ਕਿ ਮੈਂ ਡਾਕਟਰ ਸਰਬਜਿੰਦਰ ਜੀ ਹੋਰਾਂ ਨੂੰ ਮਿਲਿਆ ਸੀ, ਉਹਨਾਂ ਨੇ ਇੱਕ ਬੁੱਕ ਲਿਖੀ ਸੀ ਤੀਜੇ ਬੁੱਧ ਵਿਵੇਕਾ। ਉਹ ਡਾਕਟਰ ਓਬਰਾਏ ਸਾਹਿਬ ਨੇਗੇ, SP ਓਬਰਾਏ, ਉਹਨਾਂ ਦੀ ਜ਼ਿੰਦਗੀ ਦੇ ਉੱਪਰ, ਉਹਨਾਂ ਦੇ ਪੁਰਖਿਆਂ ਦੀ ਜ਼ਿੰਦਗੀ ਦੇ ਉੱਪਰ ਇਹ ਬੁੱਕ ਸੀਗੀ। ਤੇ ਮੈਂ ਲੱਕੀਲੀ ਉਹਨਾਂ ਨੂੰ ਮਿਲਿਆ, ਤੇ ਉਹਨਾਂ ਨੇ ਮੈਨੂੰ ਕਿਹਾ, ਡਾਕਟਰ ਸਾਹਿਬ ਨੇ ਕਹਿੰਦੇ ਇਹ ਬੁੱਕ ਹੈ, ਇਹਨੂੰ ਪੜ੍ਹ ਕੇ ਦੇਖੋ। ਕਹਿਣ 'ਚ ਇਮੈਜਿਨ ਕਿ ਮੈਂ ਇਹਨਾਂ ਨੂੰ 3 ਵਜੇ ਉਹਨਾਂ ਨੇ ਬੁੱਕ ਦਿੱਤੀ, ਤੇ ਮੈਂ ਰਾਤ ਨੂੰ 1:30 ਵਜੇ ਤੱਕ ਉਹ ਬੁੱਕ ਸਾਰੀ ਫਿਨਿਸ਼ ਕੀਤੀ, ਤੇ ਮੈਂ ਸਵੇਰੇ ਉਹਨਾਂ ਨੂੰ ਫੋਨ ਕੀਤਾ। ਵਾਹ ਵਾਹ। ਮੇਰੀ ਇਹ ਬਹੁਤ, ਇਹਨੂੰ ਚੰਗੀ ਕਹਿ ਲਓ ਮਾੜੀ ਆਦਤ ਕਹਿ ਲਓ, ਕਿ ਮੈਨੂੰ ਜਦੋਂ ਕੋਈ ਚੀਜ਼ ਮੈਂ ਉਹਨੂੰ ਪੀਣਾ ਹੁੰਦਾ, ਮੈਂ ਆਪਾਂ ਕਹਿੰਦਾ ਕਿ ਪੀ ਗਿਆ ਡੀਕ ਲਾ ਕੇ, ਮੈਂ ਉਸਨੂੰ ਪੀ ਗਿਆ ਇੱਕੋ ਰਾਤ 'ਚ। ਮੈਨੂੰ ਲੱਗਾ ਕਿ ਇਹਦੇ ਵਿੱਚ ਨਾਟਕ ਬਣ ਸਕਦਾ ਗਾ। ਮੈਂ ਕਿਹਾ ਸਰ ਮੈਂ ਨਾਟਕ ਕਰਾਂਗਾ। ਤੇ ਫਿਰ ਮੈਂ ਉਹਨਾਂ ਨੂੰ ਇਹ ਵੀ ਕਿਹਾ, ਮੈਂ ਕਿਹਾ ਵੀ ਬਹੁਤ ਸਾਰੀਆਂ ਚੀਜ਼ਾਂ ਨਹੀਂ ਗਾ ਨਾਟਕ ਦੀਆਂ, ਆਪਣੀ ਇੱਕ ਅਲੱਗ ਤੋਂ ਉਹਦੀ ਇੱਕ ਵਿਧਾ, ਤੇ ਬਹੁਤ ਸਾਰੀਆਂ ਚੀਜ਼ਾਂ ਮੈਂ ਛੱਡਾਂਗਾ, ਤੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਐਡ ਕਰਾਂਗਾ ਵਿਦ ਡਿਊ ਰਿਸਪੈਕਟ, ਕਿ ਤੁਸੀਂ ਮੈਨੂੰ ਇਹਦੀ ਪਰਮਿਸ਼ਨ ਦਿਓਗੇ। ਕਹਿੰਦੇ ਗੋ ਅਹੈਡ। ਮੈਂ ਸ਼ੁਰੂ ਕੰਮ ਕੀਤਾ, ਤੇ ਜਦੋਂ ਮੈਨੂੰ ਪ੍ਰਪੋਜ਼ਲ ਆਇਆ ਤੇ ਉਹ ਰਾਏ ਸਾਹਿਬ ਹੋਰਾਂ ਨੂੰ ਮਿਲਿਆ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਨਾਟਕ ਲਿਖਿਆ, ਤੇ ਤੁਸੀਂ ਇਹਨੂੰ ਡਾਇਰੈਕਟ ਵੀ ਕਰੋ। ਤਾਂ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਨਾਟਕ ਸੀਗਾ ਜੋ ਮੈਂ ਡਾਇਰੈਕਟ ਕੀਤਾ, ਲਿਖਿਆ ਵੀ ਤੇ ਡਾਇਰੈਕਟ ਵੀ ਕੀਤਾ। ਤੇ ਔਰ ਮੈਨੂੰ ਇਹਦਾ ਸੈੱਟ ਸੀ ਜਿਹੜਾ ਉਹ ਕੇਵਲ ਧਾਲੀਵਾਲ ਜੀ ਹੋਰਾਂ ਨੇ ਡਿਜ਼ਾਈਨ ਕੀਤਾ। ਤੇ ਇਹਦੇ ਨਾਟਕ ਦੇ ਵਿੱਚ ਪਹਿਲਾਂ ਤੁਸੀਂ ਜਦੋਂ ਮਿਊਜ਼ੀਕਲ ਦੀ ਗੱਲ ਕੀਤੀ ਹੈ, ਕਿ ਮੈਂ ਨਾਟਕ ਦੇ ਵਿੱਚ ਗੀਤ ਨਹੀਂ ਲਿਖੇ ਸੀਗੇ। ਫਿਰ ਬਾਅਦ ਵਿੱਚ ਮੈਨੂੰ ਜਦੋਂ ਪਹਿਲਾਂ ਮੈਂ ਖਰੜਾ ਤਿਆਰ ਕੀਤਾ ਤੇ ਉਹਦੀ ਰੀਡਿੰਗ ਕਰ ਰਿਹਾ ਸੀ, ਤਾਂ ਮੈਨੂੰ ਲੱਗਿਆ ਕਿ ਵੀ ਹਾਂ ਇਹਦੇ ਵਿੱਚ ਨਾਟਕ ਦੇ ਵਿੱਚ ਗੀਤ ਹੋਣੇ ਚਾਹੀਦੇ ਆ ਕਿ ਕਹਾਣੀ ਵਾਸਤੇ, ਕਿਉਂਕਿ ਐਪਿਕ ਕਹਾਣੀ ਸੀ, ਤੇ ਬਹੁਤ ਸਾਰੀਆਂ ਚੀਜ਼ਾਂ ਸੀ, ਗੱਲਾਂ ਦੇ ਵਿੱਚ ਤੁਸੀਂ ਨਹੀਂ ਦਿਖਾ ਸਕਦੇ ਸੀਗੇ। ਮੰਚ ਦੀ ਆਪਣੀ ਇੱਕ ਲਿਮਿਟੇਸ਼ਨ ਹੁੰਦੀ ਆ। ਸਟਰਕਚਰ ਨੂੰ ਧਿਆਨ 'ਚ ਰੱਖ ਕੇ ਮੈਂ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਜੋ ਮਿਊਜ਼ਿਕ ਦੇ ਥਰੂ ਮੈਂ ਉਹ ਟਾਈਮ ਲੈਪਸ ਸੀਗਾ ਜਾਂ ਕਹਾਣੀ ਸੀਗੀ ਬਿਆਨ ਕੀਤੀ। ਤੇ ਫਿਰ ਮੈਂ ਤੇ ਗੀਤ ਲਿਖੇ, ਤੇ ਮੁੰਡਾ ਗੁਰਜੀਤ ਜੀਤੀ ਸੀ, ਉਹਨੇ ਕੰਪੋਜ਼ ਕੀਤੇ, ਤੇ ਖੂਬਸੂਰਤ ਇਹਦੇ ਗੀਤ ਬਣੇ ਸੀਗੇ। ਤੇ ਮੈਂ ਮਾਫੀ ਚਾਹੁੰਦਾ ਤੁਹਾਨੂੰ ਰੋਕ ਰਿਹਾ, ਕਿਉਂਕਿ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਨਾ ਵੀ ਨਾਟਕ ਲਿਖਿਆ, ਮੈਂ ਉੱਥੇ ਜ਼ਰੂਰ ਵਾਪਸ ਆਉਣਾ ਚਾਹਾਂਗਾ, ਕਿਉਂਕਿ ਬੜੀ ਮੁਸ਼ਕਿਲ ਤੁਸੀਂ ਸਾਡੇ ਹੱਥ ਆਏ ਹੋ। ਉਹਦੇ 'ਚ ਇਹ ਹੈ ਕਿ ਜਦੋਂ ਤੁਸੀਂ ਨਾਟਕ ਲਿਖਦੇ ਹੋ, ਇੱਕ ਨਾਟਕ ਲਿਖਦਾ ਇੱਕ ਆਮ ਬੰਦਾ ਜਿਹਨੇ ਨਾਟਕ ਦੀ ਬਕਾਇਦਾ ਟ੍ਰੇਨਿੰਗ ਨਹੀਂ ਲਈ, ਇੱਕ ਬੰਦਾ ਉਹ ਨਾਟਕ ਲਿਖਦਾ ਹੈ ਜਿਹਨੇ ਨਾਟਕ ਦੀ ਟ੍ਰੇਨਿੰਗ ਲਈ ਹੈ, ਉਹਨੂੰ ਸਟੇਜ ਦੀ ਸਮਝ ਹੈ, ਉਹਨੂੰ ਲਾਈਟਾਂ ਦੀ ਸਮਝ ਹੈ, ਉਹਨੂੰ ਕਾਸਟਿਊਮ, ਮੇਕਅਪ, ਹੋਰ ਸਭ ਚੀਜ਼ਾਂ ਦਾ ਪਤਾ ਹੈ। ਫਰਕ ਹੁੰਦਾ ਜੇ ਤਾਂ ਤੁਸੀਂ ਵਿਸ਼ੇ ਦੇ ਤੌਰ ਤੇ ਦੇਖਿਆ ਜਾਵੇ, ਨਾਟਕ ਦੇ ਸਬਜੈਕਟ ਦੇ ਤੌਰ ਤੇ ਦੇਖਿਆ ਜਾਵੇ, ਜਾਂ ਸੰਵਾਦ ਦੇ ਤੌਰ ਤੇ ਦੇਖਿਆ ਜਾਵੇ, ਤਾਂ ਮੈਂ ਸ਼ਾਇਦ ਕਹਾਂਗਾ ਕਿ ਬਹੁਤਾ ਫਰਕ ਨਹੀਂ ਹੁੰਦਾ। ਪਰ ਜਦੋਂ ਸਟਰਕਚਰ ਦੇ ਤੌਰ ਤੇ ਦੇਖਿਆ ਜਾਵੇ, ਨਾਟਕ ਦੇ ਢਾਂਚੇ ਦੇ ਕੇ ਘੜਨ ਦੇ ਤੌਰ ਤੇ,
ਤਾਂ ਮੈਂ ਇਹ ਚੀਜ਼ ਨੂੰ ਜ਼ਰੂਰ ਮੰਨਦਾ ਕਿ ਉੱਥੇ ਫਰਕ ਪੈਂਦਾ ਗਾ, ਪੈਂਦਾ ਹੈ। ਉਹਦਾ ਪੈਂਦਾ ਕਿ ਇਹ ਆ ਕਿ ਵੀ ਜੇ ਤੁਸੀਂ ਨਾਟਕ ਨੂੰ ਮੰਚ ਦੇ ਉੱਪਰ ਤੁਸੀਂ ਖੇਡਿਆ ਨਹੀਂ ਗਾ, ਨਾਟਕ ਨੂੰ ਦੇਖਿਆ ਨਹੀਂ, ਨਾਟਕ ਦੇ ਸਟਰਕਚਰ ਨੂੰ ਸਮਝਿਆ ਨਹੀਂ, ਮੰਚ ਦੀਆਂ ਜਿਹੜੀਆਂ ਇੱਕ ਰਿਕੁਆਇਰਮੈਂਟਸ ਨੇਗੀਆਂ, ਲੋੜਾਂ ਨੇਗੀਆਂ, ਉਹਨਾਂ ਨੂੰ ਨਹੀਂ ਸਮਝਿਆ ਤਾਂ ਕਿਤੇ ਨਾ ਕਿਤੇ ਤੁਸੀਂ ਉਸ ਤੋਂ ਸਿੱਖਣੇ ਹੋਗੇ ਤਾਂ ਨਾਟਕ ਦੇ ਓਵਰਆਲ ਉਹਦੇ 'ਤੇ ਇੱਕ ਅਸਰ ਪੈਂਦਾ, ਸਟਰਕਚਰ ਦੇ ਉੱਪਰ ਵੀ, ਵਿਸ਼ੇ ਦੇ ਉੱਪਰ ਵੀ। ਕਿਉਂਕਿ ਅਸੀਂ ਨਾਟਕ ਮੈਂ ਨਾਟਕ ਦੀ ਟ੍ਰੇਨਿੰਗ ਲਈ ਆ, ਸਾਨੂੰ ਪਤਾ ਹੁੰਦਾ ਸੀ ਕਿ ਐਂਟਰੀ ਐਗਜ਼ਿਟ ਦਾ ਵੀ ਕੀ ਮਤਲਬ ਹੈ। ਤਾਂ ਜੇ ਤੁਸੀਂ ਕਹਤਾ ਕਿ ਇੱਥੇ ਪਾਤਰ ਚਲਾ ਗਿਆ ਤਾਂ ਉਹਦੇ ਚਲੇ ਜਾਣ ਦਾ ਵੀ ਮਤਲਬ ਇਹ ਹੈਗਾ ਵੀ ਉਹ ਪ੍ਰਸਥਾਨ ਕਰ ਗਿਆ ਤੇ ਉਹ ਪ੍ਰਵੇਸ਼ ਕਰ ਗਿਆ, ਤਾਂ ਉਹਦਾ ਇੱਕ ਟਾਈਮ ਲੈਪਸ ਦੇ ਵਿੱਚ ਵੀ ਕਿੰਨੀਆਂ ਚੀਜ਼ਾਂ ਕਰਨੀਆਂ ਨੇਗੀਆਂ। ਇੱਕ ਤੁਹਾਡੇ ਕੋਲ 1.5 ਘੰਟੇ ਦਾ ਪਲੇ ਆ, ਔਰ ਕਿੰਨੀ ਕੁ ਗੱਲ ਤੁਸੀਂ ਨੇ ਕਹਿਣੀ ਆ, ਤੇ ਮਿਊਜ਼ਿਕ ਦੇ ਲਈ ਕੀ ਸਪੇਸ ਹੋਣੀ ਚਾਹੀਦੀ ਹੈ, ਕਾਸਟਿਊਮ ਦੀ ਕੀ ਅਹਿਮੀਅਤ, ਜਿੱਦਾਂ ਤੁਸੀਂ ਗੱਲ ਕੀਤੀ ਆ। ਬਹੁਤ ਸਾਰੀਆਂ ਚੀਜ਼ਾਂ ਨੇਗੀਆਂ ਕਿ ਉਹ ਤੱਕ ਕਿ ਤੁਹਾਨੂੰ ਬੋਲਣਾ ਹੀ ਨਾ ਪਵੇ, ਤੁਹਾਡਾ ਕਾਸਟਿਊਮ ਹੀ ਆ ਕੇ ਬਹੁਤ ਸਾਰੇ ਡਾਇਲੌਗਸ ਦਾ ਕੰਮ ਕਰ ਜਾਵੇਗਾ, ਤੁਹਾਡਾ ਮੇਕਅਪ ਕੰਮ ਕਰ ਜਾਵੇਗਾ। ਨਾਟਕ ਦਾ ਸਟਰਕਚਰ ਹੈ, ਉਹਦੀ ਜ਼ਰੂਰ ਮੈਂ ਕਹਾਂਗਾ ਕਿ ਜਿਹੜੀ ਟ੍ਰੇਨਿੰਗ ਦੇ ਨਾਲ ਅਸਰ ਪੈਂਦਾ। ਹੁਣ ਇਹੀ ਇਹਦਾ ਅਸਰ ਵੀ ਆਪਾਂ ਦੇਖ ਲਈਏ ਥੋੜ੍ਹਾ ਜਿਹਾ ਵੀ ਕਿੱਦਾਂ ਦਾ ਪੈਂਦਾ। ਇੱਕ ਨਾਟਕ ਦਾ ਖਰੜਾ ਜਦੋਂ ਬਣਦਾ ਹੈ, ਸਾਡੇ ਕੋਲ ਪਹੁੰਚਦਾ ਹੈ, ਸਕ੍ਰਿਪਟ ਜਿਹਨੂੰ ਅਸੀਂ ਕਹਿ ਲੈਂਦੇ ਹਾਂ, ਕਥਾ ਵਸਤੂ, ਤਾਂ ਉਹ ਬਤੌਰ ਇੱਕ ਪਾਠਕ ਵੀ ਉਹਦਾ ਹੁੰਦਾ ਹੈ, ਪਰ ਉਹ ਪਾਠਕ ਆਮ ਪਾਠਕ ਨਹੀਂ ਹੁੰਦਾ। ਨਾਟਕ ਵਾਲੇ ਹੀ ਜ਼ਿਆਦਾਤਰ ਨਾਟਕ ਪੜ੍ਹਦੇ ਨੇ। ਆਮ ਦਰਸ਼ਕ ਜਾਂ ਆਮ ਜਿਹੜਾ ਪਾਠਕ ਹੈ ਉਹ ਕਹਾਣੀ ਵਾਲੇ ਪਾਸੇ, ਕਵਿਤਾ ਵਾਲੇ ਪਾਸੇ, ਗਲਪ ਵਾਲੇ ਪਾਸੇ ਜ਼ਿਆਦਾ ਪ੍ਰਭਾਵਿਤ ਹੁੰਦਾ, ਆਕਰਸ਼ਿਤ ਹੁੰਦਾ ਹੈ। ਜਦੋਂ ਇੱਕ ਨਾਟਕ ਪੜ੍ਹਦੇ ਹਾਂ ਅਸੀਂ, ਔਰ ਖ਼ਾਸ ਤੌਰ 'ਤੇ ਜਦੋਂ ਤੁਹਾਡੇ ਵਰਗੇ ਸੂਝਵਾਨ ਲੇਖਕ ਨਾਟਕ ਲਿਖਦੇ ਨੇ, ਤਾਂ ਕੁਝ ਲਫ਼ਜ਼ ਆਉਂਦੇ ਨੇ ਨਾਟਕ ਪੜ੍ਹਦੇ ਹੋਏ ਸਕ੍ਰਿਪਟ ਦੇ ਵਿੱਚ, ਉਸ ਖਰੜੇ ਦੇ ਵਿੱਚ। ਮੈਂ ਚਾਹੁੰਦਾ ਵਾਂ ਕਿ ਅੱਜ ਉਹਨਾਂ ਲਫ਼ਜ਼ਾਂ ਨੂੰ ਵੀ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ ਕਿ ਉਹਨਾਂ ਦਾ ਮਤਲਬ ਕੀ ਹੁੰਦਾ, ਇੱਕ ਆਮ ਬੰਦੇ ਨੂੰ ਪਤਾ ਹੋਵੇ ਵੀ ਕੀ ਹੈ। ਮਸਲਨ ਕਿ ਇੱਕ ਲਫ਼ਜ਼ ਆਉਂਦਾ ਸਾਈਕਲੋਰਾਮਾ। ਜੀ, ਸਾਈਕਲੋਰਾਮਾ ਜਿੱਦਾਂ ਪਿੱਛੇ ਆਪਣੇ ਲੱਗਿਆ ਹੋਇਆ ਨਾ ਪਰਦਾ, ਇੱਕ ਵਾਈਟ ਰੰਗ ਦਾ ਸਾਈਕਲੋਰਾਮਾ ਹੁੰਦਾ ਹੈਗਾ, ਜਿਸ ਦੇ ਉੱਪਰ ਤੁਹਾਡੇ ਪਿਛਲੇ ਪਾਸੇ ਮੈਂ ਕਹਿੰਦਾ ਇਹ ਸਾਈਕਲੋਰਾਮਾ। ਜਿੱਦਾਂ ਇਹਨਾਂ ਦੀ ਵਰਤੋਂ ਹੁੰਦੀ ਹੈ ਕਿ ਸਪੈਸ਼ਲ ਇਫੈਕਟਸ ਜੇ ਪਾਉਣੇ ਹੋਣ ਲਾਈਟਿੰਗ ਦੇ ਜ਼ਰੀਏ, ਤਾਂ ਤੁਸੀਂ ਉਹਦੇ ਉੱਤੇ ਸਾਈਕਲੋਰਾਮਾ ਦੇ ਉੱਪਰ ਉਹ ਸਪੈਸ਼ਲ ਇਫੈਕਟਸ ਪਾਏ ਜਾਂਦੇ ਨੇਗੇ। ਯਾਨੀ ਬਤੌਰ ਲੇਖਕ ਇੱਕ ਲੇਖਕ ਸੁਜੈਸਟ ਕਰਦਾ ਆ, ਸੁਝਾਅ ਦਿੰਦਾ ਆ। ਜੇ ਦੇਖੋ ਫੋਰ ਐਗਜ਼ਾਮਪਲ, ਵੈਸੇ ਤਾਂ ਸਾਈਕਲੋਰਾਮਾ ਦਾ ਸੰਬੰਧ ਹੁੰਦਾ ਨਿਰਦੇਸ਼ਕ ਦੇ ਨਾਲ ਜ਼ਿਆਦਾ। ਅੱਛਾ, ਠੀਕ ਹੈ ਜੀ, ਕਿਉਂਕਿ ਨਿਰਦੇਸ਼ਕ ਨੇ ਉਸ ਨੂੰ ਦੇਖਣਾ ਹੁੰਦਾ ਗਾ ਵੀ ਕਿਸ ਰੂਪ 'ਚ ਸਿਰਜਦਾ। ਠੀਕ ਹੈ, ਪਰ ਤੁਹਾਡੇ ਕੋਲੇ ਜੇ ਸਪੈਸੀਫਿਕ ਕੁਛ ਰਿਕੁਆਇਰਮੈਂਟ ਹੁੰਦੀ ਹੈਗੀ ਕਿ ਹਾਂ ਕਿ ਮੇਰੇ ਨਾਟਕਕਾਰ ਵੀ ਲਿਖ ਸਕਦਾ ਕਿ ਇੱਕ ਬਹੁਤ ਵੱਡਾ ਪਿੰਡ ਦਾ ਦ੍ਰਿਸ਼ ਦਿਖਾਈ ਦੇ ਰਿਹਾ। ਹੁਣ ਨਾਟਕਕਾਰ ਨੇ ਤਾਂ ਲਾਈਨ ਲਿਖ ਦਿੱਤੀ ਕਿ ਪਿੱਛੇ ਪੂਰੇ ਪਿੰਡ ਦਾ ਦ੍ਰਿਸ਼ ਦਿਖਾਈ ਦੇ ਰਿਹਾ। ਹੁਣ ਜਦੋਂ ਡਿਜ਼ਾਈਨਰ ਦੇ ਕੋਲੇ ਨਾਟਕ ਜਾਵੇਗਾ, ਜੇ ਤੁਸੀਂ ਡਿਜ਼ਾਈਨ ਕਰ ਰਹੇ ਹੋ, ਤਾਂ ਉਹਨੂੰ ਨਜ਼ਰੀਆ ਹੋਵੇਗਾ ਕਿ ਮੈਂ ਕਿੱਦਾਂ ਪਿੰਡ ਦਿਖਾਵਾਂਗਾ। ਤਾਂ ਪਿੰਡ ਦਿਖਾਉਣ ਦਾ ਫਿਰ ਜ਼ਰੀਆ ਸਾਈਕਲੋਰਾਮਾ। ਉਹ ਇਸ ਦੇ ਉੱਪਰ ਬਹੁਤ ਵੱਡੀ ਪੇਂਟਿੰਗ ਵੀ ਸਜਾ ਸਕਦਾ, ਉਹ ਇਸ ਦੇ ਉੱਪਰ ਕੁਛ ਗ੍ਰਾਫਿਕਸ ਦੇ ਜ਼ਰੀਏ, ਲਾਈਟਿੰਗ ਦੇ ਜ਼ਰੀਏ ਤੁਸੀਂ ਉਹ ਪਿੰਡ ਦਾ ਵਿਜ਼ੂਅਲ ਕ੍ਰੀਏਟ ਕਰ ਸਕਦੇ ਹੋਗੇ। ਮਲਟੀਪਲ ਯੂਜ਼ਸ ਜਿਹੜੀਆਂ ਹੁੰਦੀਆਂ ਨੇ ਕਿ ਉਹ ਸਾਈਕਲੋਰਾਮਾ ਦੇ ਪਿੱਛੇ ਹੁੰਦੀਆਂ ਨੇ। ਆਲਮੋਸਟ ਹਰ ਅੱਛੇ ਆਡੀਟੋਰੀਅਮ ਦੇ ਵਿੱਚ ਸਾਈਕਲੋਰਾਮਾ ਹੁੰਦਾ ਹੀ ਹੁੰਦਾ ਹੈਗਾ। ਇੱਕ ਹੋਰ ਲਫ਼ਜ਼ ਆਉਂਦਾ ਹੈ ਜਦੋਂ ਪੜ੍ਹਦੇ ਹਾਂ ਅਸੀਂ, ਤਾਂ ਕੋਰਸ ਲਿਖਿਆ ਹੁੰਦਾ। ਕੋਰਸ ਬੇਸਿਕਲੀ ਇਹ ਯੂਨਾਨ ਰੰਗਮੰਚ ਦੇ ਨਾਲ ਸੰਬੰਧਿਤ ਸ਼ਬਦ ਹੈਗਾ। ਕੋਰਸ ਨਾਟ ਮੰਡਲੀ, ਜਿੱਦਾਂ ਸਾਡੇ ਇੱਥੇ ਭਾਰਤੀ ਨਾਟਯ ਸ਼ਾਸਤਰ ਦੇ ਵਿੱਚ ਅਸੀਂ ਕਦੇ ਵੀ ਕੋਰਸ ਸ਼ਬਦ ਨਹੀਂ ਇਸਤੇਮਾਲ ਕਰਦੇ। ਠੀਕ ਹੈ, ਉੱਥੇ ਰੰਗ ਮੰਡਲੀ ਸ਼ਬਦ ਹੈ। ਕੋਰਸ ਪਿਓਰਲੀ ਬਿਲੋਂਗ ਕਰਦਾ ਸ਼ਬਦ ਗ੍ਰੀਕ ਥੀਏਟਰ ਨੂੰ। ਰੰਗਮੰਚ ਦੇ ਸਾਹਮਣੇ ਨਾਟਕ ਪ੍ਰਸਤੁਤ ਹੁੰਦਾ ਸੀਗਾ, ਤਾਂ ਇੱਕ ਪਾਸੇ ਕੋਰਸ ਇੱਕ ਗਰੁੱਪ ਹੁੰਦਾ ਸੀ ਜੋ ਬਹੁਤ ਸਾਰੀ ਕਹਾਣੀ ਸੀ ਉਹ ਆਪਣੇ ਗਾਇਨ ਦੇ ਜ਼ਰੀਏ ਪ੍ਰਸਤੁਤ ਕਰਦਾ ਸੀ, ਤੇ ਕੋਰਸ ਸਿੱਧਾ ਐਕਟਰ ਦੇ ਨਾਲ ਸੰਵਾਦ ਵੀ ਰਚਾਉਂਦਾ ਸੀ, ਚੀਜ਼ਾਂ ਤੇ ਕਮੈਂਟ ਵੀ ਕਰਦਾ ਸੀ। ਤਾਂ ਕੋਰਸ ਪਿਓਰਲੀ ਬਿਲੋਂਗ ਟੂ ਸ਼ਬਦ ਗ੍ਰੀਕ ਥੀਏਟਰ। ਅੱਜ ਅਸੀਂ ਜਨਰਲੀ ਕਹਿ ਦਿੰਦੇ ਹਾਂ ਕਿ ਕੋਰਸ ਆਪਾਂ ਨਾਲ ਰੱਖ ਦਿਆਂਗੇ, ਇਹ ਸ਼ਬਦ ਸੀ। ਇੱਕ ਸਿਲੂਏਟ ਕੁਛ ਹੁੰਦਾ ਲਫ਼ਜ਼, ਉਹ ਸਾਡੇ ਲੋਕਾਂ ਨਾਲ ਅੱਗੇ ਚਲੋ ਤੁਸੀਂ। ਅੱਛਾ, ਫਿਰ ਇੱਕ ਨਟ ਨਟੀ ਦਾ ਸਿਧਾਂਤ ਹੁੰਦਾ ਜਾਂ ਸੂਤਰਧਾਰ ਵੀ ਬੜਾ ਲਿਖਿਆ ਜਾਂਦਾ ਨਾਟਕ ਦੀ ਸਕ੍ਰਿਪਟ ਦੇ ਵਿੱਚ। ਇਹ ਸੂਤਰਧਾਰ ਸ਼ਬਦ ਜੇ ਤਾਂ ਤੁਸੀਂ ਬ੍ਰੈਕਟਨ ਟੈਕਨੀਕ ਦੇ ਅਨੁਸਾਰ ਚਾਹੋ, ਉਹਨਾਂ ਨੇ ਸ਼ਬਦ ਕ੍ਰੀਏਟ ਕੀਤਾ ਹੋਇਆ ਨਰੇਟਰ, ਪਰ ਸੰਸਕ੍ਰਿਤ ਰੰਗਮੰਚ ਦੇ ਵਿੱਚ ਸੂਤਰਧਾਰ ਸ਼ਬਦ ਹੈ ਜੋ ਨਾਟਕ ਦਾ ਮੁੱਢ ਹੈ, ਨਾਟਕ ਦੀ ਸ਼ੁਰੂਆਤ ਹੈ। ਜੋ ਉਹ ਨਾਟਕ ਦੀ ਸ਼ੁਰੂਆਤ ਆਪਾਂ ਕਈ ਥਾਂ 'ਤੇ ਲਿਖ ਕੇ ਸੂਤਰਧਾਰ ਮੰਚ 'ਤੇ ਆਉਂਦਾ ਹੈ ਤੇ ਨਾਟਕ ਦੀ ਸ਼ੁਰੂਆਤ ਕਰਦਾ ਹੈ, ਚੀਜ਼ਾਂ ਨੂੰ ਇੱਕ ਸੂਤ ਦੇ ਵਿੱਚ ਪਰੋਂਦਾ ਹੈ, ਉਹ ਨਾਟਕ ਦੀ ਕੜੀ ਹੈ। ਪਿਓਰਲੀ ਇਹ ਭਾਰਤੀ ਸੰਸਕ੍ਰਿਤ ਰੰਗਮੰਚ ਤੋਂ ਸ਼ਬਦ ਹੈ ਸੂਤਰਧਾਰ। ਠੀਕ ਹੈ, ਉਹ ਨਾਟਕ ਦਾ ਇੰਟਰੋਡਕਸ਼ਨ ਦਿੰਦਾ, ਸ਼ੁਰੂਆਤ ਕਰਦਾ। ਕਿ ਸੰਸਕ੍ਰਿਤ ਨਾਟਕ ਦੇ ਵਿੱਚ ਬਕਾਇਦਾ ਤੌਰ 'ਤੇ ਵੀ ਲਿਖਿਆ ਜਾਂਦਾ ਸੀਗਾ ਕਿ ਅੱਜ ਤੁਹਾਡੇ ਸਾਹਮਣੇ ਮਹਾਰਿਸ਼ੀ ਭਾਸ ਦਾ ਨਾਟਕ ਪੇਸ਼ ਕੀਤਾ ਜਾ ਰਿਹਾ ਹੈ,
ਸੋ ਮੇਰਾ ਸਭ ਨੂੰ ਨਿਵੇਦਨ ਹੈ ਕਿ ਸ਼ਾਂਤੀ ਦੇ ਨਾਲ ਬੈਠ ਜਾਓ ਤੇ ਹੁਣ ਤੁਸੀਂ ਨਾਟਕ ਦੇਖੋ। ਇਹ ਨਾਟਕ ਦੀ ਇੰਟਰੋਡਕਸ਼ਨ ਸੂਤਰਧਾਰ ਦੇ ਕੇ ਚਲਿਆ ਜਾਂਦਾ ਸੀਗਾ, ਕਈ ਥਾਵਾਂ ਤੇ ਨਾਟਕਾਂ ਵਿੱਚ ਹੁੰਦਾ ਸੀਗਾ। ਨਾਂਦੀ ਜਿਹਨੂੰ ਕਹਿ ਲੈਂਦੇ ਸੀ, ਨਾਂਦੀ ਪਾਠ, ਹਾਂਜੀ ਨਾਂਦੀ ਪਾਠ। ਇੱਕ ਹੋਰ ਵਰਤਿਆ ਜਾਂਦਾ ਨੇਪਥ్య ਲਿਖਿਆ ਜਾਂਦਾ ਸਕ੍ਰਿਪਟ ਦੇ ਵਿੱਚ, ਬੈਕ ਸਟੇਜ। ਉਹ ਇੱਕ ਆਮ ਬੰਦੇ ਨੂੰ ਨਹੀਂ ਪਤਾ ਹੁੰਦਾ ਕਿ ਇਹ ਕੀ ਲਿਖਿਆ ਤੇ ਮੈਂ ਕੀ ਸਮਝਾਂ। ਅਸਲ 'ਚ ਇਹ ਸੰਸਕ੍ਰਿਤ ਰੰਗਮੰਚ ਦੇ ਸ਼ਬਦ ਨੇ, ਸੰਸਕ੍ਰਿਤ ਨਾਟਿਆ ਦੇ ਸ਼ਬਦ ਨੇਗੇ। ਨੇਪਥ्य ਦਾ ਮਤਲਬ ਹੈ ਬੈਕ ਸਟੇਜ। ਨੇਪਥ्य ਕਿ ਜੋ ਦਰਸ਼ਕ ਦੀ ਅੱਖ ਨੂੰ ਮੰਚ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਜੋ ਦਿਖਾਈ ਦੇ ਰਿਹਾ ਉਹ ਮੰਚ ਹੈ। ਜਿੱਥੋਂ ਤੁਹਾਡੀ ਅੱਖ ਨੂੰ ਦਿਖਾਈ ਨਹੀਂ ਦੇ ਰਿਹਾ ਉਹ ਬੈਕ ਸਟੇਜ ਹੈ। ਨੇਪਥ्य ਦੇ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਹੁੰਦੀਆਂ ਨੇ ਨਾਟਕ ਦੇ ਦੌਰਾਨ। ਜਿੱਦਾਂ ਹੁਣ ਕਿਹਾ ਜਾਵੇ ਕਿ ਇਸ ਵੇਲੇ ਮੇਰਾ ਐਕਟਰ ਹੈ ਨੇਪਥ्य ਦੇ ਵਿੱਚ ਤਿਆਰ ਹੋ ਰਿਹਾ। ਹੁਣ ਤੁਸੀਂ ਕਨਫਿਊਜ਼ ਹੋ ਜਾਓਗੇ ਅੱਜ ਦੇ ਸਮੇਂ ਦੇ ਵਿੱਚ। ਸੰਸਕ੍ਰਿਤ ਰੰਗਮੰਚ ਦੇ ਵਿੱਚ ਇਹ ਨੇਪਥ्य ਸ਼ਬਦ ਹੁੰਦੇ ਸੀ। ਨੇਪਥ्य ਦੇ ਵਿੱਚੋਂ ਬਹੁਤ ਸਾਰੀਆਂ ਆਵਾਜ਼ਾਂ ਆਉਂਦੀਆਂ ਸੀਗੀਆਂ। ਵਿੰਗਸ ਤੋਂ ਪਿੱਛੇ ਜਦੋਂ ਹੁੰਦੇ ਨੇ ਕਿ ਉਹ ਨੇਪਥ्य ਬਣ ਜਾਂਦਾ ਹੈਗਾ। ਵਿੰਗਸ ਵੀ ਦੱਸਦੇ ਹੁਣ ਕੀ ਵਿੰਗਸ 3 ਵਿੰਗਸ ਮੋਸਟਲੀ ਜਿਹੜੇ ਅੱਜ ਦੀ ਮਾਡਰਨ ਸਟੇਜ ਹੈਗੀ ਉਹਦੇ ਵਿੱਚ 3 ਵਿੰਗਸ ਹੁੰਦੇ ਨੇਗੇ। ਵਿੰਗਸ ਤੇ ਕੀ ਹੁੰਦਾ ਹੈਗਾ ਵੀ ਕਾਲੇ ਰੰਗ ਦੇ ਇੱਕ ਪਰਦਾ ਹੈ, ਓਲਾ ਹੈ ਜਿਸ ਨੂੰ ਕਿਹਾ ਜਾਂਦਾ ਵਿੰਗ, ਜਿਸ ਦੇ ਥਾਂ ਤੇ ਅਸੀਂ ਮਲਟੀਪਲ ਯੂਜ਼ਸ ਦੇ ਲਈ ਕਰਦੇ ਜੋ ਮੈਂ ਤੁਹਾਨੂੰ ਜਿੱਦਾਂ ਕਿਹਾ ਕਿ ਵੀ ਸਟੇਜ ਤੋਂ ਜੋ ਅੱਖ ਨੂੰ ਦਿਖਾਈ ਨਹੀਂ ਦੇ ਰਿਹਾ ਦਰਸ਼ਕ ਨੂੰ, ਉਹ ਵਿੰਗਸ ਦੇ ਪਿੱਛੇ ਸਾਰਾ ਕੁਝ ਆਮ ਹੁੰਦਾ ਤੇ ਉਹ ਵਿੰਗ ਹੈ ਇੱਕ ਵਿਚਕਾਰ ਦਰਸ਼ਕ ਤੇ ਐਕਟਰ ਨੂੰ ਬਣਾਉਣ ਵਾਲਾ। ਵਿੰਗ ਦੇ ਪਿੱਛੇ ਖੜਾ ਇੱਕ ਉਹ ਆਮ ਇਨਸਾਨ ਹੈ। ਜਿਉਂ ਹੀ ਉਹ 3 ਫੁੱਟ ਦੇ ਵਿੰਗ ਨੂੰ ਕ੍ਰਾਸ ਕਰਕੇ ਸਾਹਮਣੇ ਆਉਂਦਾ ਤੇ ਉਹ ਆਰਟਿਸਟ। ਸਾਡੇ ਅੱਜ ਦੇ ਅਜੋਕੇ ਦਰਸ਼ਕ ਜਿਹੜੇ ਨੇ ਉਹ ਜ਼ਿਆਦਾਤਰ ਟੈਲੀਵਿਜ਼ਨ ਔਰ ਫਿਲਮ ਦੀ ਭਾਸ਼ਾ ਨੂੰ ਜ਼ਿਆਦਾ ਸਮਝਦੇ ਨੇ। ਤਾਂ ਆਫ ਕੈਮਰਾ ਜੇ ਅਸੀਂ ਕਹਿ ਲਈਏ ਵੀ ਇੱਕ ਤਾਂ ਫਰੰਟ ਕੈਮਰਾ, ਜੇ ਵੀ ਕੈਮਰੇ ਦੇ ਮੂਹਰੇ ਅਸੀਂ ਬੈਠੇ ਹਾਂ ਤਾਂ ਕੈਮਰੇ ਦੇ ਪਿੱਛੇ ਜਿਹੜੇ ਲੋਕ ਕੰਮ ਕਰ ਰਹੇ ਨੇ ਇਸ ਵੇਲੇ ਬਹੁਤ ਸਾਰੇ ਲੋਕ ਨੇ, ਤੁਹਾਨੂੰ ਸ਼ਾਇਦ ਨਜ਼ਰ ਨਹੀਂ ਆ ਰਹੇ, ਉਹ ਵਿੰਗਸ ਦੇ ਪਿੱਛੇ, ਹਾਂ ਉਹ ਨੇਪਥ्य ਦੇ ਵਿੱਚ ਨੇ। ਨਾਟਕ ਦੀ ਭਾਸ਼ਾ 'ਚ ਉਹਨੂੰ ਵਿੰਗਸ ਕਹਿ ਸਕਦੇ ਹਾਂ। ਅਸੀਂ ਹੋਰ ਵੀ ਗੱਲਾਂ ਤੁਹਾਡੇ ਤੋਂ ਜਾਣਨੀਆਂ ਨੇ ਪਰ ਤੁਸੀਂ ਇੰਨੀ ਦੂਰੋਂ ਸਾਡੇ ਕੋਲ ਆਏ ਹੋ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਡੇ ਖਜ਼ਾਨੇ ਦੇ ਵਿੱਚ, ਸਾਡੇ ਗੁਲਦਸਤੇ 'ਚ ਜਿਹੜੇ ਗੀਤ ਨੇ ਜੀ, ਕਿਉਂਕਿ ਪ੍ਰੋਗਰਾਮ ਦਾ ਨਾਂ ਹੈ ਗੱਲਾਂ ਤੇ ਗੀਤ, ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਇਹ ਗੀਤ ਦੇਖਿਆ ਜਾਵੇ। ਬਿਲਕੁਲ ਦੇਖਿਆ ਜਾਵੇ, ਆਓ ਦੇਖਦੇ ਹਾਂ। ਕਈ ਜਗ ਤੇ ਹੁਕਮ ਚਲਾ ਤੁਰ ਗਏ, ਕਈ ਖੁਦ ਨੂੰ ਰੱਬ ਖਵਾ
ਡਾਕਟਰ ਗੁਰਪ੍ਰੀਤ ਸਿੰਘ ਰਟੌਲ ਜੀ ਸਾਡੇ ਨਾਲ ਅੱਜ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ, ਜਿਨ੍ਹਾਂ ਦੇ ਨਾਲ ਅਸੀਂ ਨਾਟਕਕਾਰੀ ਯਾਨੀ ਪਲੇ ਰਾਈਟ ਦੇ ਤੌਰ ਤੇ ਅੱਜ ਅਸੀਂ ਪਲੇ ਰਾਈਟਿੰਗ ਦੇ ਬਾਰੇ, ਨਾਟਕ ਲਿਖਿਆ ਕਿਵੇਂ ਜਾਂਦਾ ਤੇ ਕੀ ਹੈ ਨਾਟਕ, ਉਹਦੇ ਬਾਰੇ ਗੱਲਬਾਤ ਕਰ ਰਹੇ ਹਾਂ। ਡਾਕਟਰ ਸਾਹਿਬ, ਜ਼ਾਹਿਰ ਤੌਰ ਤੇ ਜਦੋਂ ਤੁਸੀਂ ਲਿਖਦੇ ਹੋ ਕੁਝ ਤਾਂ ਕੁਝ ਯਾਦਗਾਰ ਪਲ ਵੀ ਸਾਡੀ ਜ਼ਿੰਦਗੀ ਦੇ ਵਿੱਚ ਆ ਜੋੜਦੇ ਨੇ। ਤੁਸੀਂ ਇੰਨਾ ਕੁਝ ਲਿਖਿਆ ਹੈ, ਜ਼ਰੂਰ ਤੁਹਾਡੀਆਂ ਯਾਦਾਂ ਦੇ ਵਿੱਚ ਕੁਝ ਤਾਂ ਇਹੋ ਜਿਹਾ ਜ਼ਰੂਰ ਹੋਏਗਾ ਜਿਹੜਾ ਤੁਹਾਨੂੰ ਅੰਦਰੋਂ ਸਰਸ਼ਾਰ ਕਰਦਾ ਹੋਵੇ ਬਾਰ-ਬਾਰ ਸੋਚ ਕੇ। ਕੁਝ ਇਹੋ ਜਿਹਾ ਹੈ ਤਾਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ। ਦੇਖੋ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਤਾਂ ਘਟਨਾਵਾਂ ਨੇਗੀਆਂ ਕਿ ਜਿੱਥੇ ਤੁਹਾਨੂੰ ਹੁੰਦੀਆਂ ਨੇ ਕਿ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਜਦੋਂ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਜੀ। ਤੇ ਮੈਂ ਤੁਹਾਨੂੰ ਇੱਕ ਨਾਟਕ ਤੋਂ ਪਹਿਲਾਂ, ਨਾਟਕ ਲਿਖਣ ਤੋਂ ਪਹਿਲਾਂ ਦੀ ਇੱਕ ਚੀਜ਼ ਸੀਗੀ ਜਿਹਨੇ ਕਿਤੇ ਨਾ ਕਿਤੇ ਮੈਨੂੰ ਇਹ ਚੀਜ਼ਾਂ ਨੂੰ ਝੰਜੋੜਿਆ ਤਾਂ ਜਾਂ ਮੈਨੂੰ ਇਹ ਚੀਜ਼ ਲਈ ਇੰਸਪਾਇਰ ਕੀਤਾ ਸੀ ਵੀ ਹਾਂ ਮੈਂ ਕੁਝ ਕੀਤਾ ਗਾ। 2009 ਦੀ ਗੱਲ ਹੈ ਕਿ ਮੇਰੇ ਟੀਚਰ ਸੀਗੇ ਡਾਕਟਰ ਨਵਰਿੰਦਰਾ ਬਹਿਲ ਜੀ। ਉਹ ਉਸ ਵੇਲੇ ਇੱਕ ਨਾਵਲ ਦੀ ਟਰਾਂਸਲੇਸ਼ਨ ਕਰ ਰਹੇ ਸੀਗੇ ਕਿ ਮਰਾਠੀ ਦਾ ਨਾਵਲ ਸੀਗਾ ਆਵਾ, ਉਹਨੂੰ ਉਸ ਵੇਲੇ ਗਿਆਨਪੀਠ ਪੁਰਸਕਾਰ ਮਿਲਿਆ ਸੀਗਾ, ਉਹਦੀ ਪੰਜਾਬੀ ਉਹਦੀ ਟਰਾਂਸਲੇਸ਼ਨ ਕਰ ਰਹੇ ਸੀਗੇ। ਇੱਥੇ ਮੈਂ ਤੁਹਾਨੂੰ ਰੋਕ ਰਿਹਾ, ਮੈਂ ਅਗਲੀ ਗੱਲ ਕਰਾਂਗਾ ਤੁਹਾਡੇ ਨਾਲ, ਮਾਫੀ ਚਾਹੁੰਦਾ ਵਾਂ, ਪਰ ਸਾਡੇ ਦਰਸ਼ਕਾਂ ਦੇ ਮਨ ਦੇ ਵਿੱਚ ਨਾ ਇੱਕ ਹੋਰ ਵੀ ਹੁੰਦਾ ਵਾ ਕਿ ਇੱਕ ਤਾਂ ਤੁਹਾਡੇ ਕੋਲ ਉਲਥਾ ਕਰਨਾ ਹੋ ਗਿਆ, ਹਾਂਜੀ, ਅਡੈਪਟੇਸ਼ਨ ਹੈ ਨਾ, ਟਰਾਂਸਲੇਸ਼ਨ ਹੈ, ਫਿਰ ਅਡਾਪਟੇਸ਼ਨ ਹੈ, ਫਿਰ ਇੱਕ ਮੂਲ ਰਚਨਾ ਹੈ। ਹਾਂਜੀ, ਇਹਨਾਂ ਤਿੰਨਾਂ ਦੇ ਵਿੱਚ ਫਰਕ ਸਮਝਾ ਕੇ ਫਿਰ ਆਪਾਂ ਗੱਲ ਨੂੰ ਹਾਂ ਬਿਲਕੁਲ ਹੈ ਜੀ। ਅਡੈਪਟੇਸ਼ਨ ਹੁੰਦੀ ਹੈਗਾ ਕਿ ਰੂਪਾਂਤਰਨ। ਰੂਪਾਂਤਰਨ ਕੀ ਹੈਗਾ ਕਿ ਵੀ ਮੈਂ ਜੋ ਨਾਟਕ ਦਾ ਮੂਲ ਹੈ, ਵਿਸ਼ਾ ਹੈ ਜਾਂ ਉਹਦੀ ਆਤਮਾ ਹੈ, ਆਤਮਾ ਤਾਂ ਮੈਂ ਉਹੀ ਰੱਖਣੀ ਚਾਹੁੰਦਾ ਗਾ ਜਾਂ ਮੂਲ ਰੂਪ 'ਚ ਹੈ। ਜੋ ਉਹਦਾ ਸਰੀਰ ਹੈ ਮੈਂ ਸਮੇਂ, ਸਥਿਤੀ, ਭੂਗੋਲਿਕ ਰੂਪ ਦੇ ਵਿੱਚ ਬਦਲ ਸਕਦਾ ਗਾ। ਇਹ ਹੈ ਉਹਦੀ ਅਡੈਪਟੇਸ਼ਨ। ਫੋਰ ਐਗਜ਼ਾਮਪਲ, ਹਾਂਜੀ, ਜਦੋਂ ਆਪਾਂ ਕਹਿੰਦੇ ਕਿ ਰੂਪ ਬਦਲ ਦਿੱਤਾ ਕਿ ਅੱਜ ਮੈਂ ਸ਼ੇਕਸਪੀਅਰ ਦਾ ਨਾਟਕ ਹੈ ਕਿੰਗ ਲੀਅਰ, ਜੇ ਮੈਂ ਉਹਦੀ ਅਡੈਪਟੇਸ਼ਨ ਕਰਾਂ ਤਾਂ ਹੋ ਸਕਦਾ ਕਿ ਵੀ ਉੱਥੇ ਰਾਜਾ ਲੀਅਰ ਸੀਗਾ, ਇੱਥੇ ਸਰਦਾਰ ਜੋਗਾ ਸਿੰਘ ਹੋ ਗਿਆ। ਜੋਗਾ ਸਿੰਘ ਦੀ ਬਹੁਤ ਵੱਡੀ ਸਲਤਨਤ ਹੈ, ਉਹਦੇ 100 ਕਿੱਲਿਆਂ ਦਾ ਮਾਲਕ ਸੀ, 3 ਧੀਆਂ ਸੀ ਉਸ ਦੀਆਂ। ਯਾਨੀ ਜੇ ਮੈਂ ਅਡੈਪਟੇਸ਼ਨ ਜਾਂ ਜਿਹੜੀ ਇਹਦੀ ਰੂਪਾਂਤਰਣ ਦੀ ਗੱਲ ਕਰਾਂ ਜੀ ਤਾਂ ਸਾਡੇ ਕੋਲ ਕਾਕੇਸ਼ੀਅਨ ਚਾਕ ਸਰਕਲ ਦਾ ਰੂਪਾਂਤਰਣ ਹੋ ਗਿਆ ਮਿੱਟੀ ਨਾ ਹੋਵੇ ਮਤਰੇਈ ਜੀ। ਉਸ ਤੋਂ ਇਲਾਵਾ ਜਿੱਦਾਂ ਤੁਸੀਂ ਬਲਵੰਤ ਗਾਰਗੀ ਜੀ ਹੋਰਾਂ ਨੇ ਬਹੁਤ ਜ਼ਿਆਦਾ ਬਲ ਦੇ ਟਿੱਬੇ, ਠੀਕ ਹੈ, ਡਿਜ਼ਾਇਰ ਐਂਡ ਰੈਂਸ, ਉਹ ਬਲ ਦੇ ਟਿੱਬੇ ਪਿਓਰਲੀ ਅਡੈਪਟੇਸ਼ਨ ਹੈ, ਠੀਕ ਹੈ। ਜਦੋਂ ਟਰਾਂਸਲੇਸ਼ਨ ਹੁੰਦੀ ਹੈ ਕਿ ਵੀ ਤੁਸੀਂ ਉਸ ਦਾ ਉਸੇ ਤਰ੍ਹਾਂ ਦੀਆਂ ਸਰਕਲ ਦੇ ਵਿੱਚ ਰੂਪ ਧਾਰਨ ਕਰ ਦਿਓਗੇ, ਹੂ ਆਪਣੀ ਇੱਕ ਭਾਸ਼ਾ ਬਦਲ ਜਾਂਦੀ ਹੈਗੀ। ਉਲਥਾ ਜਿਹਨੂੰ ਕਹਿੰਦੇ ਨੇ ਕਿ ਜਿੱਦਾਂ ਹੁਣ ਮੈਂ ਖਜੂਰ ਤੇ ਅਟਕਿਆ ਸੀਗਾ, ਮੈਂ ਉਹਦੀ ਬਹੁਤ ਹੱਦ ਤੱਕ ਉਹਨੂੰ ਅਸੀਂ ਬਾਅਦ ਦੇ ਵਿੱਚ ਮੈਂ ਅਡੈਪਟੇਸ਼ਨ ਦੇ ਵਿੱਚ ਲੈ ਗਿਆ, ਬਟ ਪਹਿਲਾਂ ਮੂਲ ਰੂਪ ਦੇ ਵਿੱਚ ਉਹਦੀ ਟਰਾਂਸਲੇਸ਼ਨ ਸੀਗੀ। ਉਹਦੇ ਪਾਤਰਾਂ ਦੇ ਨਾਮ ਵੀ ਉਹੀ ਸੀਗੇ, ਠੀਕ ਹੈ ਜੀ। ਜੇ ਮੰਨ ਕੇ ਚੱਲੋ ਕਿ ਉਹ ਮਹਾਰਾਸ਼ਟਰ ਦੀ ਕਹਾਣੀ ਸੀ, ਉੱਥੇ ਵੀ ਉਹ ਨਵੀਨ ਸੀਗਾ ਤਾਂ ਮੇਰੇ ਕੋਲੇ ਵੀ ਉਹ ਨਵੀਨ ਹੈ। ਅਤੇ ਉਹ ਜੋ ਉਹਨਾਂ ਦਾ ਰਹਿਣ ਸਹਿਣ ਹੈ, ਜਿਸ ਥਾਂ 'ਤੇ ਰਹਿੰਦੇ ਨੇਗੇ, ਜਿਸ ਤਰ੍ਹਾਂ ਦੀ ਸੁਸਾਇਟੀ ਰਹਿੰਦੇ ਲੋਕਾਂ 'ਚ, ਸਭ ਕੁਛ ਹੋਏਗਾ। ਭਾਸ਼ਾ ਸੀਗੀ ਜੋ ਉਹ ਉੱਥੇ ਹਿੰਦੀ 'ਚ ਗੱਲ ਕਰਦੇ ਸੀ ਅਤੇ ਮੇਰੇ ਪਾਤਰ ਇੱਕ ਆਪਣੀ ਲੋਕਲ ਭਾਸ਼ਾ ਦੇ ਵਿੱਚ ਗੱਲ ਕਰਦੇ ਸੀ। ਉਹਦੀ ਅਡੈਪਟੇਸ਼ਨ ਦੀ ਥਾਂ 'ਤੇ ਉਹ ਟਰਾਂਸਲੇਸ਼ਨ ਸੀਗੀ, ਠੀਕ ਹੈ। ਮੂਲ ਰਚਨਾ ਹੁੰਦੀ ਹੈ ਜਿੱਦਾਂ ਮੈਂ ਮੇਰੇ ਲੋਕ ਸੀਗੀ ਕਿ ਪਿਓਰਲੀ ਤੁਹਾਡੇ ਦਿਮਾਗ ਦੇ ਇੱਕ ਉਪਜ ਹੁੰਦੀ ਹੈ ਜਿਸ ਦਾ ਵਿਅਕਤੀਗਤ ਜਾਂ ਵਾਸਤਵਿਕ ਰੂਪ ਦੇ ਵਿੱਚ ਵਿਚਾਰਕ ਤੌਰ 'ਤੇ ਤਾਂ ਅਸਤਿਤਵ ਹੁੰਦਾ, ਪਰ ਉਹ ਸਰੀਰਕ ਤੌਰ 'ਤੇ ਉਹਦਾ ਕੋਈ ਅਸਤਿਤਵ ਨਹੀਂ ਹੁੰਦਾ। ਕਿ ਤੁਸੀਂ ਨੇ ਆਲੇ ਦੁਆਲੇ ਪਾਤਰ ਤਾਂ ਦੇਖੇ ਹੁੰਦੇ ਨੇਗੇ, ਬਟ ਉਹ ਪਿਓਰਲੀ ਤੁਹਾਡੀ ਇਮੈਜੀਨੇਸ਼ਨ 'ਚੋਂ ਨਿਕਲਦਾ ਗਾ, ਮੂਲ ਤੁਹਾਡੇ ਦਿਮਾਗ 'ਚ ਉਹਦਾ ਪਨਪਦਾ ਗਾ। ਹੁਣ ਆਪਾਂ ਉਸ ਗੱਲ 'ਤੇ ਆਈਏ ਵੀ ਤੁਸੀਂ, ਹਾਂਜੀ। ਅਤੇ ਮੈਂ ਉਹਨਾਂ ਨੇ ਜਦੋਂ ਬਹਿਲ ਮੈਮ ਨੇ ਮੈਨੂੰ ਦਿੱਤਾ, ਕਹਿੰਦੇ ਤੂੰ ਕਰਕੇ ਦੇ, ਤੂੰ ਇਹ ਕੰਮ ਕ੍ਰੀਏਟਿਵਲੀ ਕਰਦਾ ਗਾ। ਉਸ ਤੋਂ ਪਹਿਲਾਂ ਮੈਂ ਨਾ ਉਹਨਾਂ ਨੂੰ ਕੁਛ ਕਹਾਣੀਆਂ ਦਿੱਤੀਆਂ ਸੀ ਆਪਣੇ ਪੜ੍ਹਨ ਵਾਸਤੇ, ਅਤੇ ਮੈਨੂੰ ਉਹਨਾਂ ਨੇ ਕਿਹਾ ਕਿ ਜਿੱਦਾਂ ਦੀਆਂ ਤੇਰੀਆਂ ਕਹਾਣੀਆਂ ਨੇ ਅਤੇ ਇਹਨਾਂ ਕਹਾਣੀਆਂ ਵਾਸਤੇ ਜੋ ਤੂੰ ਆਲਾ ਦੁਆਲਾ ਸਿਰਜਦਾ, ਤੇਰੇ ਪਾਤਰ ਨੇ ਉਹ ਗੁਰਦਿਆਲ ਸਿੰਘ ਦੇ ਪਾਤਰਾਂ ਦੇ ਨਾਲ ਮਿਲਦੇ ਨੇ। ਅੱਛਾ। ਅਤੇ ਤੁਸੀਂ ਗੁਰਦਿਆਲ ਸਿੰਘ ਦੀਆਂ ਕਹਾਣੀਆਂ ਜਾਂ ਗੁਰਦਿਆਲ ਸਿੰਘ ਦਾ ਇਹ ਨਾਵਲ ਪੜ੍ਹ, ਤੇਰੇ ਹੋਰ ਅੱਗੇ ਜਾ ਕੇ ਤੂੰ ਆਪਣੇ ਆਪ ਨੂੰ ਤਰਾਸ਼ ਲਵੇਂਗਾ। ਕਿਉਂਕਿ ਮੈਂ ਜ਼ਿੰਦਗੀ ਦੇ ਪਾਤਰਾਂ ਨੂੰ ਹੂ ਲਿਖਦਾ ਸੀਗਾ, ਮੇਰੇ ਕਾਫੀ ਨੇੜੋਂ ਦੇਖਦਾ ਸੀਗਾ। ਅਤੇ ਮੈਂ ਜਦੋਂ ਉਹਨਾਂ ਦੇ ਉਹ 6 ਅੰਕ ਆਵਾਂ ਦੇ ਕੀਤੇ ਟਰਾਂਸਲੇਟ, ਜਦੋਂ ਮੈਂ ਉਹਨਾਂ ਕੋਲ ਗਿਆ, ਮੈਂ ਕੀਤਾ, ਉਹ ਬੜੇ ਖੁਸ਼ ਹੋਏ ਕਿ ਤੈਂ ਅੱਛਾ ਕੰਮ ਕੀਤਾ। ਅਤੇ ਮੈਨੂੰ ਇੱਦਾਂ ਮੁੱਠੀ ਦੇ ਵਿੱਚ ਉਹਨਾਂ ਨੇ ਸ਼ਗਨ ਫੜਾਇਆ, ਕਹਿੰਦੇ ਫੜ। ਮੈਂ ਕਿਹਾ ਕੀ ਹੈ ਜੀ? ਕਹਿੰਦੇ ਕੁਛ ਨਹੀਂ, ਸ਼ਗਨ ਹੈਗਾ। ਕਿਸ ਚੀਜ਼ ਦਾ? ਮੈਂ ਕਿਹਾ ਜੀ ਕਹਿੰਦੇ ਤੇ ਕੰਮ ਕੀਤਾ ਹੈਗਾ। ਮੈਂ ਕਿਹਾ ਇਹ ਕੰਮ ਕੀਤਾ? ਮੈਂ ਕਿਹਾ ਮੈਂ ਸ਼ੌਂਕ ਨੂੰ ਜੀ, ਅਤੇ ਸ਼ੌਂਕ ਦਾ ਸ਼ਗਨ ਦੇ ਨਾਲ ਕੋਈ ਸੰਬੰਧ ਨਹੀਂ ਜੀ। ਜਿੱਦਣ ਲਵਾਂਗਾ ਮੈਂ ਕਿਹਾ ਇਸ ਕੰਮ ਦੀ ਮੈਂ ਫੀਸ ਲਵਾਂਗਾ, ਅਤੇ ਫੀਸ ਲਵਾਂਗਾ ਡੱਟ ਕੇ, ਸ਼ਗਨ ਤਾਂ ਮੈਂ ਲੈਣਾ ਨਹੀਂ ਜੀ। ਮੈਂ ਇੱਦਾਂ ਬੋਲ ਕੇ ਆ ਗਿਆ। ਅਤੇ ਮੈਨੂੰ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਕਿ ਤੇਰੇ ਅੰਦਰ ਚਿੰਗ ਹੈ ਵੀ, ਔਰ ਤੇਰੇ 'ਚ ਜਿਹੜੀ ਇਹ ਗੈਰਤ ਹੈ, ਇੱਦਾਂ ਬੋਲਣ ਦਾ ਡੇਰਿੰਗ ਹੈ, ਤੂੰ ਜ਼ਰੂਰ ਕਿਸੇ ਥਾਂ 'ਤੇ ਪਹੁੰਚੇਗਾ, ਤੇਰੀ ਗੱਲ ਹੈ। ਉਹ ਬੋਲ ਸੀ ਜਿਹੜੇ ਮੈਨੂੰ
ਤੇ ਉਹ ਮੇਰੇ ਦਿਲ ਨੂੰ ਅੱਜ ਵੀ ਮੈਨੂੰ ਯਾਦ ਨੇਗੇ ਤੇ ਉਹਨਾਂ ਨੇ ਮੈਨੂੰ ਬਹੁਤ ਸਾਰੀਆਂ ਉਸ ਵੇਲੇ ਬਲੈਸਿੰਗਸ ਦਿੱਤੀਆਂ। ਤੇ ਉਹ ਇੱਕ ਪਲ ਸੀਗਾ ਉੱਥੋਂ ਨਿਕਲਣ ਦੇ ਵਕਤ ਜਿਹੜਾ ਮੈਨੂੰ ਅੱਜ ਵੀ ਹਮੇਸ਼ਾ ਯਾਦ ਰਹਿੰਦਾ, ਜਿੱਦਾਂ ਉਹਨਾਂ ਨੇ ਕਿਹਾ ਕਿ ਤੂੰ ਕੁਝ ਕਰੇਗਾ। ਮੈਂ ਕਿਹਾ ਹਾਂਜੀ ਕਰਾਂਗਾ ਤਾਂ ਸਹੀ। ਅੱਛਾ, ਇੱਕ ਨਾਟਕਕਾਰ ਜਦੋਂ ਨਾਟਕ ਲਿਖਦਾ, ਹੁਣ ਮੈਂ ਤੁਹਾਡੇ ਪਰਸਨਲ ਐਕਸਪੀਰੀਅੰਸ ਤੋਂ ਦਰਸ਼ਕੋ ਇਹਨਾਂ ਦੀ ਹੀ ਗੱਲ ਨੂੰ ਜੋ ਇਹਨਾਂ ਨੇ ਮੈਨੂੰ ਕਿਤੇ ਹੋਰ ਦੱਸੀ ਸੀ ਉਹ ਮੈਂ ਗੱਲ ਕਰ ਰਿਹਾ। ਗੁਰਪ੍ਰੀਤ ਸਿੰਘ ਰਟੌਲ ਆਪਣੇ ਹੀ ਲਿਖੇ ਨਾਟਕ ਨੂੰ ਜਦੋਂ ਮੰਚਿਤ ਹੋ ਰਿਹਾ ਹੁੰਦਾ ਉਹ ਦੇਖਣ ਤੋਂ ਡਰਦਾ ਕਿਉਂ ਹੈ? ਇਹਨਾਂ ਕੁਝ ਥੋੜ੍ਹੀ ਦੇਰ ਪਹਿਲਾਂ ਇਹ ਚੀਜ਼ਾਂ ਮੇਰੇ ਨਾਲ ਵਾਪਰੀਆਂ ਸੀਗੀਆਂ। ਮੈਂ ਲਿਟਰਲੀ ਤੁਹਾਨੂੰ ਦੱਸਦਾ ਕਿ ਕੌਮਾ ਗਾਟਾ ਮਾਰੂ ਨਾਟਕ ਜਦੋਂ ਕੀਤਾ ਮੈਂ ਥਰੂ ਆਊਟ ਨਾਟਕ ਦੇ ਪ੍ਰੋਸੈਸ ਦੇ ਨਾਲ ਸੀਗਾ ਬਿਲਕੁਲ। ਅਤੇ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਮੈਂ ਡੇਲੀ ਨਾਟਕ ਦੇਖਦਾ ਸੀਗਾ ਕਿ ਮੈਂ ਕਦੇ ਵੀ ਉਹ ਨਾਟਕ ਦਰਸ਼ਕ ਦੇ ਤੌਰ 'ਤੇ ਬੈਠ ਕੇ ਦੇਖਿਆ ਨਹੀਂ ਗਾ। ਮੈਂ ਹਮੇਸ਼ਾ ਹੀ ਬੈਕ ਸਟੇਜ 'ਤੇ ਨਾਲ ਰਿਹਾ। ਉਸ ਤੋਂ ਬਾਅਦ ਜਦੋਂ ਮੈਂ ਧਰਾਬੀ ਪਲੇ ਕੀਤਾ ਤਾਂ ਮੈਂ ਖੁਦ ਹੀ ਉਹ ਡਾਇਰੈਕਟ ਕੀਤਾ ਸੀ, ਤਾਂ ਆਲਮੋਸਟ ਮੈਂ ਚੀਜ਼ਾਂ ਦੇ ਵਿੱਚ ਇੰਨਾ ਰਚ ਗਿਆ ਸੀਗਾ, ਗੜੁੱਚ ਹੋ ਚੁੱਕਿਆ ਸੀ ਮੈਨੂੰ ਲੱਗਦਾ ਸੀਗਾ। ਅਤੇ ਉਸ ਤੋਂ ਬਾਅਦ ਪਲੇ ਹੋਇਆ ਪਗੜੀ ਸੰਭਾਲ ਜੱਟਾ, ਅਤੇ ਜਦੋਂ ਉਹਨੂੰ ਮੈਂ ਦੇਖਣ ਤੋਂ ਵੇਲੇ ਮੈਂ ਝਿਜਕ ਰਿਹਾ ਸੀਗਾ। ਅਤੇ ਜਦੋਂ ਮੈਂ ਨਾਟਕ ਦੇਖਿਆ ਤਾਂ ਮੈਨੂੰ ਲੱਗ ਰਿਹਾ ਸੀ ਵੀ ਜੋ ਮੈਂ ਸਿਰਜਿਆ ਹੋਇਆ ਕਿ ਮੈਂ ਐਜ ਏ ਅੱਜ ਨਾਟਕਕਾਰ ਵੀ ਹਾਂ, ਅਤੇ ਉੱਥੇ ਮੈਂ ਐਟ ਏ ਟਾਈਮ ਮੈਂ ਡਿਫਾਈਨ ਨਹੀਂ ਕਰ ਪਾ ਰਿਹਾ ਸੀ, ਆਪਦੇ ਆਪ ਨੂੰ ਸੈਪਰੇਟ ਨਹੀਂ ਕਰ ਪਾ ਰਿਹਾ ਸੀ, ਮੈਂ ਦਰਸ਼ਕ ਦੇ ਤੌਰ 'ਤੇ ਬੈਠਾ ਜਾਂ ਮੈਂ ਨਾਟਕਕਾਰ ਦੇ ਤੌਰ 'ਤੇ ਬੈਠਾ। ਜਦੋਂ ਤੁਸੀਂ ਨਾਟਕਕਾਰ ਦੇ ਤੌਰ 'ਤੇ ਨਾਟਕ ਦੇਖ ਰਹੇ ਹੋ ਤਾਂ ਤੁਸੀਂ ਬਹੁਤ ਕ੍ਰਿਟਿਕ ਹੁੰਦੇ ਹੋਗੇ, ਇੱਥੋਂ ਤੁਹਾਨੂੰ ਚੀਜ਼ਾਂ ਇੱਦਾਂ ਲੱਗ ਰਹੀਆਂ ਹੁੰਦੀਆਂ ਨੇ ਕਿ ਚੀਜ਼ਾਂ। ਇੱਕ ਝਲਕ ਹੋਰ ਸਾਡੇ ਸਕਰੀਨ ਦੇ ਉੱਤੇ ਸਾਡੇ ਦਰਸ਼ਕਾਂ ਦੇ ਸਾਹਮਣੇ ਹੈ। ਇਹ ਵੀ ਆਪਣਾ ਨਾਟਕ ਸੀ ਧਰਾਬੀ 1947। ਉਹ ਦੇਖੋ ਪਿੱਛੇ ਜੋ ਪੂਰਾ ਪਿੰਡ ਦਿਖਾਈ ਦੇ ਰਿਹਾ ਨਾ, ਜੀ ਜੀ ਜੀ, ਉਹ ਸਾਈਕਲੋਰਾਮਾ ਦੇ ਉੱਪਰ ਹੀ ਅਸੀਂ ਨੇ ਪੂਰੀ ਦੀ ਪੂਰੀ ਇੱਕ ਸੀਨਰੀ ਬਣਾਈ ਹੋਈ ਸੀਗੀ। ਇਹ ਉਸ ਨਾਟਕ ਦਾ ਦ੍ਰਿਸ਼ ਹੈ। ਅਤੇ ਉਸ ਤਰ੍ਹਾਂ ਨਾਲ ਜਦੋਂ ਤੁਸੀਂ ਪਾਠਕ ਆਪਣਾ ਦਰਸ਼ਕ ਦੇ ਨਾਲ ਜਦੋਂ ਬੈਠਦੇ ਹੋਗੇ, ਦਰਸ਼ਕ ਨੇ ਕੁਝ ਹੋਰ ਤਰੀਕੇ ਨਾਲ ਨਾਟਕ ਨੂੰ ਇੰਜੋਏ ਕਰਨਾ ਹੁੰਦਾ, ਅਤੇ ਮੈਨੂੰ ਲੱਗਦਾ ਹੁੰਦਾ ਕਿ ਮੈਂ ਨਾ ਦਰਸ਼ਕ ਰਹਿਣਾ ਨਾ ਮੈਂ ਨਾਟਕਕਾਰ ਰਹਿਣਾ, ਮੈਂ ਬੜਾ ਵਿਚਕਾਰ ਫਸ ਜਾਂਦਾ ਗਾ। ਮੈਨੂੰ ਹੁੰਦਾ ਸੀਗਾ ਅਤੇ ਮੈਂ ਅਵੋਇਡ ਕਰਦਾ ਹੁੰਦਾ ਸੀਗਾ। ਅਤੇ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੁੰਦਾ ਪਗੜੀ ਸੰਭਾਲ ਜੱਟਾ ਦੇ ਜਿਹੜੇ ਕਰੈਕਟਰ ਸੀਗੇ ਉਹ ਬਹੁਤ ਮੈਚਿਓਰ ਕਰੈਕਟਰ ਸੀਗੇ। ਅਤੇ ਉਹ ਜਦੋਂ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਨਾਲ ਤੁਸੀਂ ਕੰਮ ਕਰਦੇ ਹੋ, ਸਭ ਤੋਂ ਔਖਾ ਕੰਮ ਹੁੰਦਾ ਤੁਸੀਂ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਨਾਲ ਕੰਮ ਕਰਨਾ। ਮੈਚਿਓਰ ਐਕਟਰਸ ਦੇ ਨਾਲ ਜਾਂ ਪ੍ਰੋਫੈਸ਼ਨਲ ਐਕਟਰਸ ਦੇ ਨਾਲ ਤਾਂ ਕੰਮ ਕਰਨਾ ਬਹੁਤ ਆਸਾਨ ਆ। ਜਾਂ ਕਈ ਬੰਦੇ ਕੀ ਕਰਦੇ ਨੇ ਡਿਪਾਰਟਮੈਂਟ ਦੇ, ਜਦੋਂ ਸਟੂਡੈਂਟ ਚੰਗੀ ਤਰ੍ਹਾਂ ਸਿੱਖ ਜਾਂਦੇ ਨੇਗੇ ਪਾਸ ਆਊਟ ਹੋਣ ਤੋਂ ਬਾਅਦ, ਉਹਨਾਂ ਦੇ ਨਾਲ ਤੁਸੀਂ ਕੰਮ ਕਰ ਲੈਂਦੇ ਹੋਗੇ ਤਾਂ ਉਹ ਵੱਡੀ ਗੱਲ ਨਹੀਂ ਹੈ। ਵੱਡੀ ਗੱਲ ਹੁੰਦੀ ਹੈ ਕਿ ਜਿਹੜੇ ਬਿਲਕੁਲ ਰॉ ਹੁੰਦੇ ਨੇਗੇ, ਬੱਚੇ ਹੁੰਦੇ ਨੇਗੇ, ਉਹਨਾਂ ਦੇ ਨਾਲ ਤੁਸੀਂ ਐਡੇ ਭਾਰੀ ਭਰਕਮ ਕਰੈਕਟਰਸ ਕਰਨੇ, ਤਾਂ ਉਹ ਸਾਰੀਆਂ ਚੀਜ਼ਾਂ ਸੀਗੀਆਂ। ਤਾਂ ਇਹ ਵੀ ਮੇਰੇ ਨਾਟਕ ਦੀ ਇਹ ਸਾਰੀਆਂ ਪੇਂਟਿੰਗਸ ਦੀ ਤਰ੍ਹਾਂ ਪਲੇ ਸੀਗਾ ਧਰਾਬੀ 1947। ਇਹ ਬੜੇ ਜ਼ਬਰਦਸਤ ਉਸ ਪਿੰਡ ਦੀ ਕਹਾਣੀ ਸੀ। ਮੈਂ ਬਾਅਦ ਦੇ ਵਿੱਚ ਵੀ ਇਹਦਾ ਸੋਹਣੇ ਦ੍ਰਿਸ਼ ਨੇ ਬੜੇ। ਹਾਂ, ਇਹ ਚਿਰਾਗਾ ਸੀਗਾ ਇਸ ਨਾਟਕ ਦਾ ਨਾਇਕ। ਇਹ ਉਸ ਵੇਲੇ ਦੀ ਲੜਾਈ ਦੇ ਦ੍ਰਿਸ਼ ਸੀ। ਅੱਛਾ, ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਨਾਟਕ ਦੀ ਵਿਉਂਤਬੰਦੀ ਦੀ, ਸਾਡੇ ਕੋਲ ਨਾਟਕਕਾਰਾਂ ਦੇ ਵਿੱਚ ਸ਼ਾਹਕਾਰ ਨਾਮ ਜਿਹੜੇ ਆਉਂਦੇ ਨੇ, ਸ਼ੇਕਸਪੀਅਰ ਦਾ ਨਾਮ ਆਉਂਦਾ ਹੈ, ਸੋਫੋਕਲੀਜ਼, ਇੱਧਰੋਂ ਅਸੀਂ ਭਰਤ ਮੁਨੀ ਭਾਸ ਲੈ ਲਈਏ ਜੀ, ਜਾਂ ਜੇ ਮੈਂ ਇੱਕ ਹੋਰ ਕਹਾਂ ਤਾਂ ਬੜਾ ਵੱਡਾ ਨਾਮ ਕਾਲੀਦਾਸ ਦੇ ਹੀ ਇੱਕ ਨਾਟਕ ਦਾ ਮੈਂ ਜ਼ਿਕਰ ਤੁਹਾਡੇ ਨਾਲ ਇਸ ਢੰਗ ਨਾਲ ਕਰਨਾ ਚਾਹੁੰਦਾ ਹੈ ਕਿ ਜਦੋਂ ਉਹਨਾਂ ਨੇ ਅਭਿਗਿਆਨ ਸ਼ਕੁੰਤਲਮ ਲਿਖ ਲਿਆ, ਸਾਰਾ ਹੋ ਗਿਆ, ਤਾਂ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਇੱਕ ਵਾਰੀ ਉਹ ਸੋਚਣ ਬੈਠੇ, ਜਿੱਦਾਂ ਕਿ ਇੱਕ ਨਾਟਕਕਾਰ ਬੈਠਦਾ ਕਿ ਯਾਰ ਐਡੀ ਵੱਡੀ ਰਚਨਾ ਜਿਹੜੀ ਐਡੀ ਮਕਬੂਲ ਹੋ ਗਈ, ਐਡੀ ਸ਼ੋਹਰਤ ਮੈਨੂੰ ਮਿਲ ਗਈ, ਬੁਲੰਦੀ ਮਿਲ ਗਈ, ਮੈਨੂੰ ਸਭ ਕੁਝ ਮਿਲ ਗਿਆ ਜਿਹੜਾ ਇਸ ਨਾਟਕ ਨੇ ਦਿੱਤਾ, ਅਸਲ ਇਹਦੇ 'ਚ ਹੈ ਕੀ ਹੈ। ਤਾਂ ਫਿਰ ਉਹ ਕਹਿੰਦੇ ਵੀ ਉਸ ਨਾਟਕ ਦੀਆਂ ਪਰਤਾਂ ਆਪਣੇ ਆਪ ਪੇਜ ਖੁੱਲ੍ਹਦੇ ਨੇ ਅਤੇ ਉਹਦੇ ਵਿੱਚੋਂ ਇੱਕ ਪਾਤਰ ਨਿਕਲਦਾ ਜਿਹੜਾ ਕਹਿੰਦਾ ਕਿ ਮੈਂ ਵਿਆਕਰਣ ਹਾਂ ਜਿਹਦੇ ਕਰਕੇ ਤੂੰ ਅੱਜ ਇੱਥੇ ਬੈਠਾ ਆ। ਫਿਰ ਦੂਜਾ ਪਾਤਰ ਆਉਂਦਾ, ਉਹ ਕਹਿੰਦਾ ਨਹੀਂ ਮੈਂ ਅਲੰਕਾਰ ਹਾਂ ਜਿਹਦੇ ਕਰਕੇ ਤੂੰ ਅੱਜ ਇੱਥੇ ਬੈਠਾ ਆ। ਇੱਦਾਂ ਵਾਰੀ ਭਾਸ਼ਾ, ਵਿਆਕਰਣ, ਅਲੰਕਾਰ, ਕਈ ਸਾਰੇ ਉਹਦੇ ਰੰਗ ਰੂਪ ਨਿਕਲ ਕੇ ਆਉਂਦੇ ਨੇ। ਪਰ ਫਿਰ ਵੀ ਗੁਰਪ੍ਰੀਤ ਸਿੰਘ ਰਟੌਲ ਜਾਂ ਕਹਿ ਲਓ ਕਿ ਇੱਕ ਨਾਟਕਕਾਰ ਜਿੱਦਾਂ ਸਾਡੇ ਕੋਲ ਹੈ, ਉਹ ਕਹਿੰਦਾ ਕਿ ਨਹੀਂ, ਇਸ ਤੋਂ ਇਲਾਵਾ ਕੁਝ ਹੈ। ਉਹ ਜਿਹੜਾ ਖਲਾ ਦੇ ਵਿੱਚੋਂ ਨਿਕਲ ਕੇ ਆਉਂਦਾ ਹੈ, ਜਿਹਨੂੰ ਤੁਸੀਂ ਘੜਦੇ ਹੋ, ਬਣਾਉਂਦੇ ਹੋ, ਤਰਾਸ਼ਦੇ ਹੋ, ਸਵਾਰਦੇ ਹੋ, ਔਰ ਫਿਰ ਉਹ ਬਾਅਦ 'ਚ ਲੋਕਾਂ ਦੇ ਮਨਾਂ 'ਚ ਵਸ ਜਾਂਦਾ ਹੈ। ਉਹ ਤੁਹਾਡੀ ਪ੍ਰੇਰਨਾ ਤੁਹਾਨੂੰ ਕਿੱਥੋਂ ਮਿਲਦੀ ਹੈਗੀ ਹੈ? ਜ਼ਰੂਰੀ ਤਾਂ ਨਹੀਂ ਕਿ ਹੁਣ ਸਾਰੀਆਂ ਚੀਜ਼ਾਂ ਤੁਸੀਂ ਖੁਦ ਹੰਢਾਈਆਂ ਹੋਣ ਜੀ, ਪਰ ਕੁਝ ਚੀਜ਼ਾਂ ਤੁਸੀਂ ਆਪਣੇ ਖਿਆਲ ਦੇ ਵਿੱਚੋਂ ਵੀ ਉਪਜਦੀਆਂ ਨੇ। ਉਹ ਕਿੱਥੋਂ ਤੁਹਾਡੇ ਕੋਲ ਉਹ ਆਉਂਦਾ ਹੈ? ਪੜ੍ਹਨਾ ਪੈਂਦਾ, ਲੱਗਦਾ ਹੈ ਕਿ ਹਾਂ ਵੀ ਉਹਦੀ ਉਸ ਘਟਨਾ ਨੂੰ ਪੜ੍ਹ ਕੇ ਤੁਸੀਂ ਕੁਝ ਆਪਣੀ ਘਟਨਾ ਬਣਾ ਲਈ, ਜਾਂ ਕਿ ਜ਼ਿੰਦਗੀ 'ਚੋਂ ਜੀਆ ਹੁੰਦਾ ਅਤੇ ਉਹਦੇ 'ਚੋਂ ਤੁਸੀਂ ਬਣਾਉਂਦੇ। ਤੁਹਾਨੂੰ ਕਿਸ ਤਰੀਕੇ ਨਾਲ ਤੁਹਾਡੀ ਉਹ ਬਨਾਵਟ ਕੀ ਹੈ? ਤੁਹਾਡੀ ਦੋਨੋਂ ਤਰ੍ਹਾਂ ਦੀ ਬਨਾਵਟ ਪ੍ਰੋਸੈਸ ਦੇ ਵਿੱਚ ਦੋਨੋਂ ਬਨਾਵਟਾਂ ਨੇਗੀਆਂ ਕਿ ਮੇਰੇ ਦਿਮਾਗ ਦੀ ਘੜਤ ਵੀ ਹੁੰਦੀ ਹੈ
ਤੇ ਕੁਝ ਚੀਜ਼ਾਂ ਤੁਹਾਡੇ ਆਲੇ ਦੁਆਲੇ ਪੜੀਆਂ ਹੁੰਦੀਆਂ ਨੇ ਜੋ ਸਟ੍ਰਾਈਕ ਕਰਦੀਆਂ ਨੇਗੀਆਂ। ਇੱਥੇ ਮੈਂ ਇਹ ਗੱਲ ਬੜੀ ਕਲੀਅਰ ਕਰਾਂ ਕਿ ਮੇਰਾ ਨਾਟਕ ਲਿਖਣਾ ਮੇਰਾ ਸ਼ੌਂਕ ਹੈ ਪਹਿਲੀ ਗੱਲ, ਪਰ ਨਾਟਕ ਦਾ ਵਿਸ਼ਾ ਚੁਣਨਾ ਉਹ ਮੇਰਾ ਸ਼ੌਂਕ ਨਹੀਂਗਾ। ਉੱਥੇ ਮੈਂ ਬਹੁਤ ਕੌਨਸ਼ੀਅਸ ਹੁੰਨਾਗਾ, ਉਹ ਮੈਂ ਡਾਇਰੈਕਟਲੀ ਆਪਣੇ ਬ੍ਰੇਨ ਨੂੰ ਆਰਡਰ ਦਿੰਦਾ ਕਿ ਮੈਂ ਵਿਸ਼ਾ ਕੀ ਚੁਣਨਾਗਾ। ਨਾਟਕ ਲਿਖਣਾ ਤਾਂ ਮੇਰਾ ਸ਼ੌਂਕ ਹੈਗਾ, ਮੈਂ ਮੇਰੀ ਦਿਲ ਜਦੋਂ ਕਰਦਾ ਮੈਂ ਲਿਖ ਦਾਂਗਾ, ਪਰ ਕਿਸ ਤਰ੍ਹਾਂ ਦਾ ਨਾਟਕ ਲਿਖਣਾ ਇਹ ਮੈਂ ਬਹੁਤ ਇਸ ਮਾਮਲੇ ਵਿੱਚ ਬਹੁਤ ਚੂਜ਼ੀ ਹਾਂ ਅਤੇ ਬਹੁਤ ਇੱਕ ਇਹਦੇ ਲਈ ਇੱਕ ਮੇਰਾ ਕ੍ਰੀਏਟਿਵ ਪ੍ਰੋਸੈਸ ਹੈ। ਮੈਂ ਸੋਚਦਾਗਾ ਜਿੰਨੇ ਵੀ ਤੁਸੀਂ ਮੈਂ ਆਪਦੇ ਨਾਟਕਾਂ ਦੀ ਗੱਲ ਕਰਾਂ ਕਿ ਪਹਿਲਾਂ ਮੇਰੇ ਮਨ 'ਚ ਸਵਾਲ ਹੁੰਦਾ ਕਿ ਵੀ ਨਾਟਕ ਮੈਂ ਲਿਖਦਾ ਰਹਾਂਗਾ ਅਤੇ ਉਹਦਾ ਮਕਸਦ ਕੀ ਹੈ ਨਾਟਕ ਲਿਖਣ ਦਾ? ਸਿਰਫ ਸਾਹਿਤਕ ਭੁੱਖ ਪੂਰੀ ਕਰਨਾ? ਨਹੀਂ, ਮੇਰੇ ਲਈ ਉਹ ਨਹੀਂ ਹੈਗਾ। ਮੈਨੂੰ ਹੁੰਦਾ ਕਿ ਮੇਰੇ ਨਾਟਕਾਂ ਨੇ ਮੈਨੂੰ ਜ਼ਿੰਦਾ ਰੱਖਣਾ ਗਾ, ਸਰੀਰਕ ਤੌਰ 'ਤੇ ਜਦੋਂ ਮੈਂ ਦੁਨੀਆ ਤੋਂ ਖਤਮ ਹੋ ਜਾਵਾਂਗਾ ਮੇਰੇ ਇਹੀ ਨਾਟਕ ਨੇਗੇ, ਇਹੀ ਪਾਤਰ ਨੇ ਜ਼ਿੰਦਾ ਰੱਖਣਗੇ। ਜੇ ਕਿਸੇ ਨੇ ਕਿਤੇ ਕੋਈ ਪੜ੍ਹਿਆ ਹੋਊਗਾ, ਨਹੀਂ ਤਾਂ ਕੌਣ ਇੱਥੇ ਸਾਡਾ ਸਮੁੰਦਰ 'ਚ ਬੂੰਦ ਜਿੰਨੀ ਹੈਸੀਅਤ ਹੈਗੀ। ਪਹਿਲੀ ਗੱਲ ਉਸ ਤੋਂ ਵੀ ਉੱਪਰ ਆ ਕਿ ਮੈਂ ਆਪਦੇ ਆਪ ਨੂੰ ਕਦੇ ਨਾਟਕਕਾਰ ਦੇ ਤੌਰ 'ਤੇ ਮੰਨਿਆ ਨਹੀਂ ਹੈਗਾ। ਮੇਰੇ ਲਈ ਮਸ਼ਹੂਰ ਆ ਕਿ ਮੈਂ ਤਾਂ ਧੱਕੇ ਨਾਲ ਬਣਿਆ ਹੋਇਆ ਨਾਟਕਕਾਰ ਆਂਗਾ। ਇੱਦਾਂ ਤੁਸੀਂ ਮੰਨਦੇ ਹੋ? ਨਹੀਂ, ਮੇਰੇ ਚਾਹੁਣ ਵਾਲੇ ਮੰਨਦੇ ਨੇਗੇ ਹਾਂ ਕਿ ਇਹ ਤਾਂ ਧੱਕੇ ਨਾਲ ਬਣਿਆ ਹੋਇਆ ਨਾਟਕਕਾਰ ਆ, ਅਤੇ ਮੈਂ ਸੱਚੀ ਮੈਂ ਮੰਨਦਾ ਗਾ ਬਿਲਕੁਲ ਧੱਕੇ ਨਾਲ ਬਣਿਆ ਸੀਗਾ ਕਿ ਨਾਟਕਕਾਰ ਤੇ ਬਣ ਗਿਆ। ਅਤੇ ਸੋ ਜਦੋਂ ਤੁਸੀਂ ਨੇ ਮੈਨੂੰ ਲੱਗਦਾ ਵੀ ਮੈਨੂੰ ਪ੍ਰੋਗਰਾਮ ਨਾ ਇੱਥੇ ਖ਼ਤਮ ਕਰ ਦੇਣਾ ਚਾਹੀਦਾ, ਇਹ ਕਹਿ ਕੇ ਕਿ ਕਾਸ਼ ਤੁਹਾਡੇ ਨਾਲ ਇਹ ਧੱਕਾ ਬਾਰ-ਬਾਰ ਹੁੰਦਾ ਰਹੇ ਅਤੇ ਤੁਸੀਂ ਸੋਹਣੀਆਂ ਰਚਨਾਵਾਂ ਰਚਦੇ ਰਹੋ ਔਰ ਉਹ ਰਚਨਾਵਾਂ ਮੰਚ 'ਤੇ ਮੰਚਿਤ ਹੁੰਦੀਆਂ ਰਹਿਣ ਔਰ ਉਹ ਸਾਡੇ ਦਰਸ਼ਕਾਂ ਦੀ ਝੋਲੀ ਚੱਕ ਇੱਦਾਂ ਹੀ ਪਹੁੰਚਦੀਆਂ ਰਹਿਣ ਜਿੱਦਾਂ ਧਾਰਾਵੀ ਪਹੁੰਚਿਆ, ਜਿੱਦਾਂ ਕਾਮਾਗਾਟਾ ਮਾਰੂ ਪਹੁੰਚਿਆ, ਜਿੱਦਾਂ ਮੇਰੇ ਲੋਕ ਪਹੁੰਚਿਆ ਅਤੇ ਹੋਰ ਵੀ। ਸੋ ਹਾਂ, ਕਾਸ਼ ਕਿ ਇੱਦਾਂ ਦਾ ਧੱਕਾ ਹੁੰਦਾ ਰਹੇ, ਅਸੀਂ ਬਾਰ-ਬਾਰ ਤੁਹਾਨੂੰ ਇਉਂ ਹੀ ਬੁਲਾਉਂਦੇ ਰਹੀਏ। ਮੇਰੇ ਖਿਆਲ 'ਚ ਵਕਤ ਵੀ ਜਿਹੜਾ ਹੁਣ ਸਾਨੂੰ ਉਸ ਮੁਕਾਮ 'ਤੇ ਲੈ ਆਇਆ ਜਿੱਥੇ ਅਸੀਂ ਇਜਾਜ਼ਤ ਲੈ ਸਕਦੇ ਹਾਂ ਆਪਣੇ ਦਰਸ਼ਕਾਂ ਦੇ ਕੋਲੋਂ। ਉਮੀਦ ਹੈ ਵੀ ਤੁਹਾਨੂੰ ਦਰਸ਼ਕਾਂ ਦੇ ਨਾਲ ਜੁੜ ਕੇ ਚੰਗਾ ਲੱਗਿਆ ਹੋਵੇਗਾ। ਮੈਨੂੰ ਤਾਂ ਬਹੁਤ ਵਧੀਆ ਲੱਗਾ। ਮੈਨੂੰ ਵੀ ਬਹੁਤ ਅੱਛਾ ਲੱਗਿਆ ਜੀ। ਦੂਰਦਰਸ਼ਨ ਦੇ ਵਿਹੜੇ ਆਉਣਾ ਹਮੇਸ਼ਾ ਹੀ ਮੇਰੇ ਲਈ ਭਾਗਾ ਭਰਿਆ ਦਿਨ ਹੁੰਦਾ। ਇਸ ਜ਼ਮੀਨ ਨੂੰ ਮੈਂ ਸਜਦਾ ਕਰ ਦਾਂਗਾ ਕਈ ਪੱਖ ਤੋਂ, ਜਿੱਦਾਂ ਮੈਂ ਤੁਹਾਨੂੰ ਦੱਸਿਆ। ਅਤੇ ਵੈਸੇ ਵੀ ਤੁਸੀਂ ਜਿੱਦਾਂ ਮੈਨੂੰ ਸੱਦਿਆ, ਕਿਉਂਕਿ ਮੈਂ ਉਹ ਆਉਂਦਾ ਕੋਈ ਮੈਨੂੰ 10 ਵਾਰੀ ਬੁਲਾਵੇ ਤਾਂ ਮੈਂ ਇੱਕ ਵਾਰੀ ਬੋਲਦਾ ਕਿ ਮੈਂ ਕਿਸੇ ਕੋਲ ਜਾਂਦਾ ਨਹੀਂ ਗਾ, ਪਰ ਇਹ ਦੂਰਦਰਸ਼ਨ ਦਾ ਸੱਦਾ ਮੈਂ ਪਹਿਲੇ ਵਾਰ 'ਚ ਕਬੂਲ ਕੀਤਾ। ਮੈਨੂੰ ਇਸ ਕਰਕੇ ਕੀਤਾ ਕਿ ਨਹੀਂ, ਇਸ ਮੁਕੱਦਸ ਥਾਂ ਤੋਂ ਮੈਂ ਬਹੁਤ ਕੁਛ ਖੱਟਿਆ। ਮੇਰੀ ਜ਼ਿੰਦਗੀ ਦੇ ਵਿੱਚ ਇਸ ਥਾਂ ਇਹਦੀ ਇੱਜ਼ਤ ਹੈ। ਮੈਂ ਜਿੱਥੇ ਵੀ ਜਾਂਦਾ ਤਾਂ ਸਭ ਤੋਂ ਪਹਿਲਾਂ ਕੋਈ ਮੈਨੂੰ ਪੁੱਛਦਾ ਕਿ ਤੁਹਾਡੀ ਐਕਟਿੰਗ ਦੀ ਸ਼ੁਰੂਆਤ ਕਿੱਦਾਂ ਹੋਈ, ਤਾਂ ਮੈਂ ਇਸ ਧਰਤੀ ਦਾ ਦੂਰਦਰਸ਼ਨ ਦਾ ਨਾਮ ਲੈਣਾ ਗਾ। ਜ਼ੈ ਨਸੀਬ। ਸਾਡਾ ਸੁਭਾਗ ਕਿ ਅਸੀਂ ਬਾਰ-ਬਾਰ ਤੁਹਾਨੂੰ ਇਉਂ ਹੀ ਬੁਲਾਉਂਦੇ ਰਹੀਏ। ਅੱਜ ਦੇ ਇਸ ਪ੍ਰੋਗਰਾਮ 'ਚ ਚਰਚਾ ਲਾਉਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ। ਬਹੁਤ-ਬਹੁਤ ਤੁਹਾਡਾ। ਸਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਜਦ ਤੱਕ ਸਾਗਰ ਵਿੱਚ ਆਪ ਰਵੇ ਐ ਰੱਬਾ, ਐ ਰੱਬਾ ਉਹਨੇ ਚਿਰ ਤਾਈਂ ਖੁਸ਼ ਸਾਡਾ ਏ ਪੰਜਾਬ ਰਵੇ। ਏਦਾਂ ਹੀ ਵੰਡਣ ਪਿਆਰ ਤੇ ਸਿਹਤ ਪਿਆਰੀ ਬਣੀ ਰਹੇ। ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ। ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ।